पिछले 12 ਵਰਿਆਂ ਵਿੱਚ ਪੰਜਾਬ ਵਿੱਚ ਬੜਾ ਲਹੂ ਡੁੱਲਿਆ ਹੈ। ਹਜ਼ਾਰਾਂ ਔਰਤਾਂ ਦੇ ਸੁਹਾਗ ਉਜੜੇ ਤੇ ਹਜ਼ਾਰਾਂ ਮਾਵਾਂ ਦੇ ਨੌਜਵਾਨ ਪੁੱਤਰ ਇਸ ਲਹੂ ਦੀ ਨਦੀ ਵਿੱਚ ਗਰਕ ਹੋ ਗਏ ਹਨ। ਜੋ ਤਹਿਰੀਕ ਕੁਝ ਸਿਆਸੀ, ਆਰਥਿਕ ਅਤੇ ਧਾਰਮਿਕ ਮੰਗਾਂ ਨੂੰ ਲੈ ਕੇ ਸ਼ੁਰੂ ਹੋਈ ਸੀ, ਉਸ ਨੂੰ ਦੇਸ਼ ਦੀ ਚੰਦਰੀ ਰਾਜਨੀਤੀ ਨੇ ਇੱਕ ਭਿਆਨਕ ਤੇ ਦੁਖਦਾਈ ਮੋੜ ਦੇ ਦਿੱਤਾ ਹੈ। ਦਰਬਾਰ ਸਾਹਿਬ ਉੱਪਰ ਹੋਏ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਤੇ ਉਸ ਪਿੱਛੋਂ ਵਾਪਰੀਆਂ ਘਟਨਾਵਾਂ ਨੇ ਪੰਜਾਬ ਤੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਨਾਲ ਲਹੂ ਲੁਹਾਨ ਕੀਤਾ ਹੈ। ਪੰਜਾਬ ਦਾ ਪੋਟਾ ਪੋਟਾ ਲਹੂ ਦੀਆਂ ਛਿੱਟਾਂ ਨਾਲ ਰੰਗਿਆ ਪਿਆ ਹੈ। ਲੋਕਾਂ ਦੇ ਚਿਹਰਿਆਂ ਤੇ ਮਾਯੂਸੀ ਹੈ, ਦਿਲ ਵਿੱਚ ਕਸਕ ਤੇ ਅਥਾਹ ਪੀੜਾ ਦਾ ਹੋਕਾ ਹੈ। ਇਸ ਬੇਬਸੀ ਪਿੱਛੇ ਇੱਕ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਹੈ। ਉਹ ਸੁਭਾਗੀ ਘੜੀ ਕਦੋਂ ਆਵੇਗੀ ਜਦੋਂ ਲਹੂ ਸਿਮਦੇ ਪੰਜਾਬ ਵਿੱਚ ਮੁੜ ਅਮਨ ਕਾਇਮ ਹੋਵੇਗਾ। ਸਿੱਖ ਇਸ ਦੇਸ਼ ਦਾ ਅਨਿੱਖੜਵਾਂ ਅੰਗ ਹਨ। ਉਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਬਾਕੀ ਹਰ ਜ਼ਾਤ ਤੇ ਪ੍ਰਾਂਤ ਦੇ ਲੋਕਾਂ ਤੋਂ ਕਿਤੇ ਵੱਧ ਕੁਰਬਾਨੀ ਕੀਤੀ ਹੈ। ਅਗਰ ਅਸੀਂ ਆਪਣੇ ਦੇਸ਼ ਦੀ ਹਿਸਟਰੀ ਦੇ ਉੱਤੇ ਨਜ਼ਰ ਪਾਈਏ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੀ ਜਿਹੜੀ ਆਜ਼ਾਦੀ ਦੀ ਜੰਗ ਸੀ ਉਸ ਦੇ ਵਿੱਚ ਕਿਸੇ ਨੇ ਸਭ ਤੋਂ ਜ਼ਿਆਦਾ ਨਮਾਇਆ ਹਿੱਸਾ ਲੀਤਾ ਤੇ ਸਾਡੇ ਸਿੱਖ ਭਰਾਵਾਂ ਨੇ ਲੀਤਾ। ਗਦਰ ਪਾਰਟੀ ਸਰਦਾਰ ਅਜੀਤ ਸਿੰਘ, ਗੁਰਦੀਪ ਸਿੰਘ ਜੀ ਕਾਮਾਗਾਟਾ ਮਾਰੂ ਵਾਲੇ, ਫਿਰ ਭਗਤ ਸਿੰਘ, ਊਧਮ ਸਿੰਘ, ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। 1947 ਵਿੱਚ ਜਦੋਂ ਮਜ਼ਹਬ ਦੇ ਨਾਂ ਤੇ ਪਾਕਿਸਤਾਨ ਦੀ ਸਿਰਜਣਾ ਕੀਤੀ ਜਾ ਰਹੀ ਸੀ ਤਾਂ ਸਿੱਖਾਂ ਦੇ ਨੇਤਾ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਲਈ ਕੋਈ ਵੱਖਰਾ ਰਾਸ਼ਟਰ ਮੰਗਣ ਦੀ ਬਜਾਏ ਆਪਣੀ ਕਿਸਮਤ ਨੂੰ ਭਾਰਤ ਨਾਲ ਜੋੜ ਲਿਆ ਸੀ। ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਮਹਾਤਮਾ ਗਾਂਧੀ ਨੇ ਕਿਹਾ ਸੀ, ਆਜ਼ਾਦ ਭਾਰਤ ਵਿੱਚ ਐਸੀ ਕੋਈ ਗੱਲ ਨਹੀਂ ਕੀਤੀ ਜਾਏਗੀ ਜੋ ਸਿੱਖਾਂ ਨੂੰ ਪ੍ਰਵਾਨ ਨਾ ਹੋਵੇ।
ਜਦੋਂ ਇੱਕ ਪੱਤਰਕਾਰ ਬੇਦੀ ਮਧੂਸੂਦਨ ਨੇ ਪੁੱਛਿਆ ਸੀ ਕਿ ਜੇ ਕਾਂਗਰਸ ਸਿੱਖਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਗਈ ਤਾਂ ਫਿਰ ਸਿੱਖ ਕੀ ਕਰਨਗੇ? ਉਹ ਕਹਿੰਦੇ ਜੇ ਮੁੱਕਰ ਜਾਣ ਫਿਰ ਤੁਹਾਨੂੰ ਤਲਵਾਰ ਚੁੱਕਣ ਦਾ ਹੱਕ ਹੋਏਗਾ। ਦੇਸ਼ ਦੀ ਵੰਡ ਤੋਂ ਪਹਿਲਾਂ ਕਾਂਗਰਸ ਦੇ ਇੱਕ ਇਜਲਾਸ ਵਿੱਚ ਬੋਲਦਿਆਂ ਪੰਡਿਤ ਨਹਿਰੂ ਨੇ ਕਿਹਾ ਸੀ, ਉੱਤਰੀ ਭਾਰਤ ਵਿੱਚ ਸਿੱਖਾਂ ਲਈ ਇੱਕ ਅਜਿਹੀ ਥਾਂ ਰਾਖਵੀਂ ਹੋਵੇਗੀ ਜਿੱਥੇ ਉਹਨਾਂ ਦਾ ਧਰਮ ਤੇ ਸੰਸਕ੍ਰਿਤੀ ਪ੍ਰਫੁੱਲਿਤ ਹੋ ਸਕਣਗੇ ਤੇ ਜਿੱਥੇ ਉਹ ਆਜ਼ਾਦੀ ਦੀ ਲੋਅ ਮਾਣ ਸਕਣਗੇ। 1947 ਵਿੱਚ ਦੇਸ਼ ਆਜ਼ਾਦ ਹੋਇਆ। ਪੱਛਮੀ ਪੰਜਾਬ ਦੀ ਬਹੁਤ ਸਾਰੀ ਸਿੱਖ ਤੇ ਹਿੰਦੂ ਵਸੋਂ ਉੱਜੜ ਕੇ ਪੂਰਬੀ ਪੰਜਾਬ ਤੇ ਆਜ਼ਾਦ ਭਾਰਤ ਦੇ ਹੋਰ ਹਿੱਸਿਆਂ ਵਿੱਚ ਆ ਗਈ, ਜਿੱਥੇ ਇਸ ਘੱਲੂਘਾਰੇ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ। ਅਰਬਾਂ ਤੇ ਖਰਬਾਂ ਰੁਪਏ ਦੀ ਜ਼ਮੀਨ ਤੇ ਜਾਇਦਾਦ ਪਾਕਿਸਤਾਨ ਰਹਿ ਗਈ। ਉੱਥੇ ਸਿੱਖਾਂ ਨੂੰ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਸੈਂਕੜੇ ਗੁਰਧਾਮਾਂ ਤੋਂ ਵੀ ਮਹਿਰੂਮ ਹੋਣਾ ਪੈ ਗਿਆ, ਜਿਹੜੇ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਰਹਿ ਗਏ ਸਨ। ਸਿੱਖਾਂ ਤੇ ਹਿੰਦੂਆਂ ਨੇ ਇਸ ਨੁਕਸਾਨ ਨੂੰ ਬੜੇ ਵੱਡੇ ਜਿਗਰੇ ਨਾਲ ਚੱਲਿਆ ਤੇ ਆਜ਼ਾਦ ਭਾਰਤ ਵਿੱਚ ਆਉਂਦਿਆਂ ਹੀ ਦੇਸ਼ ਦੇ ਨਿਰਮਾਣ ਵਿੱਚ ਲੱਗ ਪਏ। ਉਹਨਾਂ ਕੁਝ ਹੀ ਸਾਲਾਂ ਵਿੱਚ ਨਾ ਸਿਰਫ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਲਿਆ, ਸਗੋਂ ਪੰਜਾਬ ਨੂੰ ਸਮੁੱਚੇ ਦੇਸ਼ ਦਾ ਅੰਨ ਭੰਡਾਰ ਬਣਾ ਦਿੱਤਾ। ਪੰਜਾਬੀ ਅਖਾਣ ਹੈ, ਕੋਠਾ ਉਸਰਿਆ ਤਰਖਾਣ ਵਿਸਰਿਆ। ਦੇਸ਼ ਆਜ਼ਾਦ ਹੋਇਆ। ਸਮਾਂ ਬੀਤਣ ਨਾਲ ਦੇਸ਼ ਦੀ ਵੰਡ ਸਮੇਂ ਲੱਗੇ ਜ਼ਖਮ ਮਿਲਣੇ ਸ਼ੁਰੂ ਹੋ ਗਏ। ਦੇਸ਼ ਦੇ ਨੇਤਾਵਾਂ ਨੇ ਸਿੱਖਾਂ ਨਾਲ ਕੀਤੇ ਇਕਰਾਰਾਂ ਨੂੰ ਛਿੱਕੇ ਟੰਗ ਦਿੱਤਾ। ਪੰਜਾਬ ਦੀ ਪ੍ਰਮੁੱਖ ਸਿਆਸੀ ਪਾਰਟੀ ਅਕਾਲੀ ਦਲ ਵੱਲੋਂ ਉਠਾਈ ਗਈ ਹਰ ਮੰਗ ਨੂੰ ਫਿਰਕੂ ਰੰਗ ਦੇ ਕੇ ਸਿੱਖ ਮੰਗ ਕਹਿ ਕੇ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਪ੍ਰਾਂਤ ਦੀ ਹਿੰਦੂ ਜਨਤਾ ਨੇ ਵੀ ਪੰਜਾਬ ਦੀਆਂ ਸਾਂਝੀਆਂ ਸਮੱਸਿਆਵਾਂ ਵਿੱਚ ਪੰਜਾਬ ਦੇ ਅਕਾਲੀਆਂ ਦਾ ਸਾਥ ਦੇਣ ਦੀ ਬਜਾਏ ਕੇਂਦਰ ਦੀ ਕਾਂਗਰਸ ਸਰਕਾਰ ਵੱਲ ਤੱਕਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਵਿੱਚ ਸਦੀਆਂ ਪੁਰਾਣੀ ਜੋ ਭਾਸ਼ਾਈ, ਸਾਹਿਤਕ ਤੇ ਸੱਭਿਆਚਾਰਕ ਸਾਂਝ ਤੁਰੀ ਆ ਰਹੀ ਸੀ, ਉਸ ਵਿੱਚ ਪਹਿਲੀ ਤਰੇੜ ਉਦੋਂ ਆਈ ਜਦੋਂ 1951 ਵਿੱਚ ਹੋਈ ਮਰਦਮਸ਼ੁਮਾਰੀ ਦੇ ਸਮੇਂ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਦੀ ਬਜਾਏ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਾਇਆ। ਔਰ ਸਭ ਤੋਂ ਵੱਡਾ ਇਸ ਗੱਲ ਦਾ ਦੁੱਖ ਹੋਇਆ ਕਿ ਪੰਜਾਬ ਵਿੱਚ ਰਹਿਣ ਵਾਲੇ ਕੁਝ ਸਾਡੇ ਭਰਾ ਜਿਹੜੇ ਪੰਜਾਬੀ ਬੋਲੀ ਬੋਲਦੇ ਸੀ, ਉਹਨਾਂ ਨੇ ਕਿਹਾ ਨਹੀਂ ਸਾਡੀ ਪੰਜਾਬੀ ਬੋਲੀ ਨਹੀਂ ਹੈ। ਜੇ ਅੱਜ ਮੈਂ ਕਹਾਂ ਕਿ ਅਸਲੀ ਸੈਪਰੇਟਿਸਟ ਉਹ ਲੋਕ ਹਨ ਜਿਨ੍ਹਾਂ ਨੇ ਪੰਜਾਬੀ ਨੂੰ ਆਪਣੀ ਬੋਲੀ ਨਹੀਂ ਮੰਨਿਆ ਪੰਜਾਬ ਦੇ ਵਿੱਚ, ਉਹ ਮੈਂ ਕੋਈ ਗਲਤ ਗੱਲ ਨਹੀਂ ਕਹਿ ਰਿਹਾ। They were the real separatists. This is where the real crisis started. ਜਿਸ ਦੇ ਸਿੱਟੇ ਵਜੋਂ ਆਉਣ ਵਾਲੇ ਸਮੇਂ ਵਿੱਚ ਅਨੇਕ ਦੁਖਦਾਈ ਘਟਨਾਵਾਂ ਦਾ ਕ੍ਰਮ ਸ਼ੁਰੂ ਹੋਇਆ। ਇਸ ਦਾ ਸਿਖਰ ਜੂਨ 1984 ਵਿੱਚ ਹੋਇਆ। ਦਰਬਾਰ ਸਾਹਿਬ ਉੱਪਰ ਹਮਲਾ, ਇੰਦਰਾ ਗਾਂਧੀ ਦਾ ਕਤਲ ਤੇ ਨਵੰਬਰ 1984 ਵਿੱਚ ਸਾਰੇ ਦੇਸ਼ 'ਚ ਹੋਏ ਸਿੱਖ ਵਿਰੋਧੀ ਦੰਗੇ ਸਨ। ਬੇਸ਼ੱਕ ਦਰਬਾਰ ਸਾਹਿਬ ਉੱਪਰ ਫੌਜੀ ਕਾਰਵਾਈ ਦਾ ਕੰਮ 3 ਜੂਨ ਨੂੰ ਹੀ ਸ਼ੁਰੂ ਹੋ ਗਿਆ ਸੀ, ਪਰ ਅਸਲ ਹਮਲਾ 5 ਜੂਨ 1984 ਨੂੰ ਹੋਇਆ। ਪੰਜਾਬ ਵਿੱਚ ਪਿਛਲੇ 225 ਵਰ੍ਹਿਆਂ ਵਿੱਚ ਇਹੋ ਜਿਹੀ ਦੁਖਦਾਈ ਤੇ ਸ਼ਰਮਨਾਕ ਘਟਨਾ ਪਹਿਲਾਂ ਕਦੇ ਨਹੀਂ ਸੀ ਵਾਪਰੀ। हम आपको स्वर्ण मंदिर के उन स्थानों पर ले चलें जहां वास्तव में ये घटनाएं घटी और जिनका ब्यौरा आपको दिया जा रहा है। To put the record straight, I may tell you that on the day that we actually entered the Golden Temple complex, that's on the 5th of June, sometime in the afternoon at about 4 o'clock, we sent out an appeal, a sincere appeal to all the terrorists inside, a lot of innocent pilgrims inside, including women and children, to kindly come out and lay their arms. We did not want to use force against them at all. फौज गई, फर्ज उन्हां दा बनदा सी नोटिस दिंदे, बिल्कुल 1 मिनट का भी नोटिस नहीं दिता गया। ठीक है, लिखती रूप में उन्हां दे कोल होना है, लेकिन उत्थे अंदर उदों पता लग्या जदों 4 तरीक नूं 4:45 वजे पहला तोप दा गोला अकाल तख्त ते आके डिग्गिया। At about 10:30 at night, on the 5th of June, the battle started raging.
Right at the entrance to the Golden Temple, the entire fortress was fortified. They had bunkers, emplacements, shelters on rooftops. They had converted all the windows into emplacements. They had converted doors into emplacements. They had underground tunnels from where they would appear. They would move from room to room. In fact, they had even converted manholes in some of the verandas as firing positions. ਇਹ ਜਿਹੜਾ ਮੈਨਹੋਲ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਇੱਕ ਆਦਮੀ ਬੈਠਾ ਹੋਇਆ ਸੀ ਤੇ ਉਹ ਆਪਣੇ ਹੱਥਾਂ ਦੇ ਨਾਲ ਇਸ ਇਲਾਕੇ ਦੇ ਵਿੱਚ ਗ੍ਰੇਨੇਡ ਸੁੱਟੀ ਜਾ ਰਿਹਾ ਸੀ They used to appear through these manholes, lob grenades, shoot at us with Sten guns and other automatics, then disappear into the manhole which connected them into a room. It was difficult to flush them out at night. ਜਦੋਂ ਅਸੀਂ ਅੰਦਰ ਆਏ ਤਾਂ ਅਸੀਂ ਸੀੜੀਆਂ ਤੋਂ ਥੱਲੇ ਉਤਰਦਿਆਂ ਸਾਰ ਸਾਨੂੰ ਚਾਰੇ ਪਾਸੋਂ ਖੂਬ ਫਾਇਰ ਆਇਆ ਇਹ ਫਾਇਰ ਸਾਨੂੰ ਪਤਾ ਨਹੀਂ ਲੱਗਾ ਕਿ ਕਿਹੜੀ ਜਗ੍ਹਾ ਤੋਂ ਆ ਰਿਹਾ ਹੈ ਕਿਉਂਕਿ ਫਾਇਰ ਬਾਅਦ ਵਿੱਚ ਅਸੀਂ ਦੇਖਿਆ ਜਿਸਲੇ ਫਾਇਰ ਆਇਆ ਤੇ ਦੇਖਿਆ ਕਿ ਫਾਇਰ ਬੇਸਮੈਂਟ ਚੋਂ ਤੇ ਛੋਟੇ ਛੋਟੇ ਲੂਪ ਹੋਲ ਦੇ ਵਿੱਚੋਂ ਜਿਹੜੇ ਕਿ ਉਹਨਾਂ ਨੇ ਖਿੜਕੀਆਂ ਦਰਵਾਜ਼ਿਆਂ ਤੇ ਦੀਵਾਰਾਂ ਵਿੱਚ ਬਣਾਏ ਹੋਏ ਸੀ ਕਿਧਰੋਂ ਗ੍ਰੇਨੇਡ ਫਾਇਰ ਤੇ ਕਿਧਰੋਂ LMG ਦਾ ਫਾਇਰ ਆਇਆ ਤੇ ਇੱਥੇ ਸਾਡੀਆਂ ਬਹੁਤ ਕਈ ਉਲਟੀਆਂ ਹੋਈਆਂ ਲਗਭਗ 5-6 ਜਵਾਨ ਇਹਨਾਂ ਖਿੜਕੀਆਂ ਸੀੜੀਆਂ ਦੇ ਵਿੱਚ ਡਿੱਗ ਪਏ As far as the fortifications are concerned, the rooftops, the second floor, the first floor, the ground floor of all buildings were fortified. They had bunkers, they had fire trenches, they had the windows converted, doors converted, domes converted, gates converted, every conceivable thing converted into fixed defenses. I realized that even the approach to the Golden Temple complex would mean heavy casualties, but these had to be accepted. जब हमारे ट्रूप्स इस इलाके में पहुंचे तो यहाँ पर इतना ज़ोर से फायर आया हमारे ऊपर कि तकरीबन 150 से 200 आदमी गिरे हुए थे कुछ इनमें से मर चुके थे कुछ ज़ख्मी पड़े हुए थे इसकी वजह ये थी कि अगर आप सामने की तरफ देखें तो आप देखेंगे कि जिस जगह लाल झंडा लगा हुआ है वहाँ से इन टेररिस्ट का फायर खुला उसके साथ आप खिड़कियाँ देख रहे हैं उनके अंदर छोटे छोटे होल बने हुए हैं वहाँ से फायर आया खिड़कियों के नीचे अगर आप देखें तो आपको सैंडबैग दिखाई देंगे वहाँ से उनका फायर आया इसी के साथ साथ अगर आप अपनी नज़र पिछली तरफ ले जाएं आप अपनी नज़र पिछली तरफ ले जाएं तो आपको छत के ऊपर बंकर बने हुए दिखाई देंगे इन बंकरों से पीछे की तरफ से फायर हमारे ऊपर खुला अगर आप और भी दाहिने तरफ देखें अपने तो देखेंगे कि सरोवर के परली पार लंगर की बिल्डिंग के ऊपर और उसके दोनों तरफ जो मिनरेट हैं उनके ऊपर से और उसके ऊपर भी जो दीवार है और वाटर टैंक के ऊपर से बहुत ही भारी फायर हमारे ट्रूप्स के ऊपर खुला इन सब की वजह से यहाँ पर हमारे ट्रूप्स की बहुत ही ज़्यादा कैजुअल्टीज हुई इस वक्त तुसी घंटा घर दे सज्जे पासे टॉप फ्लोर ते खड़े हुए हो तो जे तुसी अपने सज्जे पासे नज़र दौड़ाओ तो तुहानू लाल ते सफेद झंडियां दी एक लाइन नज़र आएगी ये लाल ते सफेद झंडे उन्हां दी लाइट मशीन गन अते राइफल दे पोजीशन नू ਜ਼ਾਹਿਰ करते हैं घंटा घर तो जलियांवाला बाग नू जाण वाली सड़क इस तरीके नाल कवर की हुई सी कि उस दा चप्पा चप्पा फायर दे नाल कवर हो रहा सी कोई भी आदमी बिना इफेक्टिव फायर दे हेठां आए बगैर सड़क नू पार नहीं सी कर सकता सानू बहुत मुश्किल पई अंदर एंटर करने वास्ते भी तुसी थोड़ा अपने सामने देखो ये तुहानू एक कई मंजिला उच्ची बिल्डिंग नज़र आ रही है जिसके ऊपर होटल टेंपल व्यू लिखा हुआ है इस दी दूसरी तीसरी ते आखिरी मंजिल बंकरां दे नाल सब जगह ते बंकर बनाए हुए सी ते सब जगह तो अंधाधुंध फायर पै रहा सी So somewhere around about 7 o'clock or so in the evening, I had to launch a preliminary operation to secure the Hotel Temple View, to secure the Akhara. सानू सब तो ज़्यादा परेशानी
ਇਹ ਜਿਹੜੇ ਦੋ ਉੱਚੇ ਉੱਚੇ ਬੁੰਗੇ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਦੇ ਪਿੱਛੇ ਹੀ ਇੱਕ ਵਾਟਰ ਟੈਂਕ ਦੇਖ ਰਹੇ ਹੋ। ਇਹਨਾਂ ਤੋਂ ਪਰੇਸ਼ਾਨੀ ਨਜ਼ਰ ਆਈ। ਇਹਨਾਂ ਦੇ ਉੱਪਰ ਕਈ ਟਾਇਰ ਦੇ ਵਿੱਚ ਉਹਨਾਂ ਨੇ ਡਿਫੈਂਸ ਲਿਆ ਹੋਇਆ ਸੀ ਤੇ ਸਾਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਫਾਇਰ ਕਿਹੜੀ ਕਿਹੜੀ ਜਗ੍ਹਾ ਤੋਂ ਆ ਰਿਹਾ ਹੈ। ਸਿਰਫ ਉੱਪਰ ਹੀ ਅਸੀਂ ਕੁਝ ਬੰਕਰ ਜਿਹੜੇ ਕਿ ਸੈਂਡਬੈਗ ਨਾਲ ਸਾਨੂੰ ਨਜ਼ਰ ਆਉਂਦੇ ਸੀਗੇ ਦੇਖ ਸਕਦੇ ਸੀ, ਔਰ ਥੱਲੇ ਕਿਹੜੀ ਜਗ੍ਹਾ ਤੋਂ ਫਾਇਰ ਆ ਰਿਹਾ ਹੈ ਇਸ ਗੱਲ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਸਾਡੇ ਵਾਸਤੇ ਰਿਹਾ। ਇਸ ਕਰਕੇ ਅਸੀਂ ਇਸ ਨੂੰ ਉਸ ਰਾਤ ਦੇ ਵਿੱਚ ਠੀਕ ਤਰੀਕੇ ਨਾਲ ਟੈਕਲ ਨਹੀਂ ਕਰ ਸਕੇ ਤੇ ਅਗਲੇ ਦਿਨ ਜਦੋਂ ਦਿਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਉਹਨਾਂ ਦਾ ਫਾਇਰ ਇਹਨਾਂ ਜਗ੍ਹਾ ਤੋਂ ਆ ਰਿਹਾ ਹੈ ਤੇ ਫਿਰ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਤੇ ਟੈਕਲ ਕੀਤਾ। I saw suffering casualties from the moment I made my entrance from both directions. My progress towards the Akal Takht was extremely slow. My commandos who were to lead the infantry and get to the Akal Takht at the earliest to be able to carry out a commando operation and secure the Akal Takht with as little loss of life as possible started suffering very heavy casualties. अगर आप अकाल तख्त की तरफ नीचे की तरफ देखें तो आपको दिखाई देगा कि उसके अंदर उसके संगमरमर के पत्थर को काट करके उसके अंदर बंकर बनाए गए हैं और उसके अंदर पिल बॉक्सेस बनाए गए हैं और जिसके अंदर से कि ऑटोमेटिक फायर आया, LMGs का फायर आया। इस इलाके में कम से कम 20 से ऊपर LMG लगी हुई थी जिनका ऑटोमेटिक फायर हमारे ट्रुप्स के ऊपर आया। इसके अलावा जो मैंने आपको पहली जगह दिखाई है इन सब चीज़ों का फायर शामिल करते हुए ये तकरीबन एक किलिंग ग्राउंड सा बन गया था जिसके अंदर हमारे ऊपर बहुत नुकसान हुआ। As far as the terrorists are concerned, their casualties range to about 300 to 400. We are still counting them. They're still being picked up under debris and underground basements and tunnels, and there are about 1,500 or so of them who have been apprehended. ਅਕਾਲ ਤਖਤ ਢਹਿ ਕਰਤਾ ਜੋ ਮੇਰਾ ਅੰਦਾਜ਼ਾ ਹੈ 7 ਤੇ 8 ਦੇ ਹਜ਼ਾਰ ਉੱਥੇ ਸਿੰਘ ਸ਼ਹੀਦ ਹੋਏ। ਹਰਮੰਦਰ ਸਾਹਿਬ ਗੁਰੂ ਰਾਮਦਾਸ ਰਾਮ ਵਿੱਚ, ਗੁਰੂ ਨਾਨਕ ਨਿਵਾਸ ਵਿੱਚ ਔਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਧੋਣ ਦਾ ਵੀ ਯਤਨ ਕੀਤਾ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਲਾਸ਼ਾਂ ਨਾਲ ਲਾਸ਼ਾਂ ਜਿੱਥੇ ਪਈਆਂ ਸੀਆਂ ਖੂਨ ਦੇ ਨਿਸ਼ਾਨ ਅਜੇ ਉਸੇ ਤਰ੍ਹਾਂ ਹੱਥਾਂ ਦੇ ਪੈਰਾਂ ਦੇ ਨਿਸ਼ਾਨ ਨੇ। ਇਹ ਗ੍ਰਿਫਤਾਰੀ ਕਰਨ ਤੋਂ ਬਾਅਦ ਤਸੀਹੇ ਦੇ ਕੇ ਉਹਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਮੈਨੂੰ ਇੱਕ ਸੱਜਣ ਨੇ ਦੱਸਿਆ ਜਿੱਥੇ ਬ੍ਰਹਮ ਬੁੱਟਾ ਹੈ ਉੱਥੇ ਇੰਨੇ ਸਿੰਘ ਸ਼ਹੀਦ ਹੋਏ ਕਹਿੰਦੇ ਜਦੋਂ ਲੰਘਦੇ ਸੀ ਪੈਰ ਜਿਹੜਾ ਸੀ ਖੂਨ ਨਾਲ ਭਿੱਜਦਾ ਸੀ। We used complete restraint. All troops were instructed that under no circumstances was any fire to be directed towards Harminder Sahib. As soon as the 6th morning appeared and we felt that we had got most of the terrorists, we started our work. We got the Granthis out from the Golden Temple. We ensured that they were protected. We cleaned the place up. There had been weapons in this complex which have been thrown into the pond and hidden. We, however, ensured that Darbar Sahib started functioning immediately. We made sure that Qurbani Sahib was recited at the earliest. मेरा सिर्फ एक सवाल है, अपने नाल नहीं तुहाडे नाल भी है अते वक्त दी हुकूमत नाल भी है। भाई सुरिंदर सिंह जी दरबार साहब की मर्यादा दस रहे सन। भाई मनी सिंह जी तुहाडे असी ऋणी हाँ जिन्हां ने दरबार साहब की मर्यादा बनाई जेड़ कोई हटा नहीं सकेगा। अते सिर्फ 5 दिन मेरी होश अंदर 5 जून तो लैके 9 जून तक वो मर्यादा ही नहीं अंदर प्रकाश नहीं होया। इस हमले दौरान दरबार साहब के आसपास ते विशेष तौर ते अकाल तख्त दी तबाही बयान करन तो बाहर सी। दरबार साहिब कॉम्पलैक्स विच ही बनी सिख रेफरेंस लाइब्रेरी जला के राख कर दी गई। इस विच पंजाब ते सिख इतिहास नाल संबंधित हजारां दुर्लभ पुस्तकां, साहित्यक रचनावां, गुरु साहिबान द्वारा लिखे हुक्मनामे अते 3000 तो वध हथ लिखित गुरु ग्रंथ साहिब दीयां बीड़ां तबाह कर दित्तियां गईयां।
सरकारी तौर ते इस सारी कार्रवाई नूं जायज़ करार दिंदे होए यह कहा गया कि सरकार कोल इस तो बिना कोई विकल्प रह ही नहीं सी गया। Our action was not against the Sikhs, it was not against the Sikh religion, it was not against the Golden Temple. It was against a very small, comparatively small group in which we believe there were other people too, not only Sikhs, who were desecrating the holy place, and the action was against them. दरअसल सरकार दा नज़रिया की है? सरकार दा नज़रिया सिੱਖੀ ਨੂੰ ਖਤਮ ਕਰਨ ਦਾ ਹੈ। ਇਹ ਸਰਕਾਰ ਦੀ ਸਾਜ਼ਿਸ਼ ਸੀ। ਸਰਕਾਰ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। फौज गई, फौज विरोधी देशों नाल लड़ती है, और मैं समझना उस सिख कौम उत्ते जिन्हें देश दी हद्दां ते राखी कीती ਉਹਨੂੰ मारन लई ਉਹਦਾ हरमंदर ਉਹਦਾ अकाल तख्त ਢਾਉਣ ਲਈ फौज ਨੂੰ ਚਾੜਿਆ। ਇਹ देश ਦੀ सरकार ਦੇ ਮੱਥੇ ਰਹਿੰਦੀ ਦੁਨੀਆ तक कलंक रहेगा। ਲੋਕਾਂ ਵਿੱਚ ਇਸ ਦੁਖਦਾਈ ਘਟਨਾ ਦਾ ਪ੍ਰਤੀਕਰਮ ਇੰਨਾ ਗਹਿਰਾ ਸੀ ਕਿ ਉਹ ਸਮੁੱਚੀ ਸਿੱਖ ਕੌਮ ਦੀ ਇੱਜ਼ਤ ਨੂੰ ਜ਼ਲੀਲ ਕੀਤਾ ਗਿਆ ਸਮਝਣ ਲੱਗ ਪਏ। ਜਦੋਂ ਵੀ ਕਿਸੇ ਕੌਮ ਦਾ ਧਾਰਮਿਕ ਮੱਕਾ ਢਾਇਆ ਜਾਵੇ, ਸ੍ਰੀ ਅਕਾਲ ਤਖਤ ਸਾਹਿਬ ਢਾਇਆ ਜਾਵੇ, ਧੀਆਂ ਭੈਣਾਂ ਦੀ ਬੇਪਤੀ ਕੀਤੀ ਜਾਵੇ, ਨੌਜਵਾਨਾਂ ਦਾ ਕਤਲੇਆਮ ਕੀਤਾ ਜਾਵੇ, ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇ, ਉਹ ਤੁਸੀਂ ਦੇਖ ਲਓ ਵੀ ਕਿੰਨੀ ਕੁ ਮਤਲਬ ਵੀ ਦੁਰਦਸ਼ਾ ਉਸ ਕੌਮ ਦੀ, ਉਸ ਇਨਸਾਨ ਦੀ, ਉਹਨਾਂ ਦੀ ਹੋ ਸਕਦੀ ਜਿੰਨੀ ਕੁ ਮਤਲਬ ਸਾਡੀ ਹੋਈ ਆ। I at that time warned Mrs. Gandhi before Blue Star, and she kept assuring me that there would be no question of this sending the army into the temple. She did it, and I quoted Urdu couplet in Parliament at her, which I think sums up वो वक्त भी देखा तारीख की घड़ियों ने, लम्हों ने खता की थी, सदियों ने सजा पाई। And I told Mrs. Gandhi, you made a blunder and the country will pay the price. 1984 ਵਿੱਚ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਤੋਂ ਬਾਅਦ ਪੰਜਾਬ ਵਿੱਚ ਕਦੇ ਸ਼ਾਂਤੀ ਨਹੀਂ ਹੋਈ। ਪੰਜਾਬ ਦੇ ਅਜੋਕੇ ਦੁਖਾਂਤ ਦਾ ਮੁੱਢ ਪੰਜਾਬੀ ਸੂਬਾ ਅੰਦੋਲਨ ਦੇ ਨਾਲ ਹੀ ਸ਼ੁਰੂ ਹੋ ਗਿਆ। ਨਹਿਰੂ ਸਰਕਾਰ ਦੇ ਸਮੇਂ ਜਦੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾ ਰਹੇ ਸਨ ਤਾਂ ਉੱਤਰੀ ਭਾਰਤ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਰਾ ਲਗਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਜਿਹੜੀ ਕਾਂਗਰਸ ਦਾ ਆਪਣਾ ਜੋ ਸਿਧਾਂਤ ਸੀ ਲਿੰਗੁਇਸਟਿਕ ਸਟੇਟਸ ਬਣਾਉਣ ਦਾ ਆਜ਼ਾਦੀ ਤੋਂ ਬਾਅਦ, ਉਹਨੇ ਭਾਸ਼ਾਈ ਸੂਬੇ ਬਾਕੀ ਤਾਂ ਸਾਰੇ ਹਿੰਦੁਸਤਾਨ ਵਿੱਚ ਬਣਾਉਣੇ ਪ੍ਰਵਾਨ ਕਰ ਲਏ ਜਾਂ ਕਮਿਸ਼ਨ ਬਿਠਾਤਾ, ਲੇਕਿਨ ਉਸ ਕਮਿਸ਼ਨ ਨੂੰ ਪਾਬੰਦ ਕਰ ਦਿੱਤਾ ਵੀ ਉੱਤਰੀ ਭਾਰਤ ਵਿੱਚ ਕੋਈ ਨਹੀਂ ਕਰਨਾ, ਕੋਈ ਸਿਫਾਰਿਸ਼ ਨਹੀਂ ਹੋਏਗੀ, ਕੋਈ ਭਾਸ਼ਾਈ ਪ੍ਰਾਂਤ ਨਹੀਂ ਬਣੇਗਾ। ਐਜੀਟੇਸ਼ਨ ਸ਼ੁਰੂ ਹੋਈ, ਪੰਜਾਬੀ ਸੂਬਾ ਜ਼ਿੰਦਾਬਾਦ। ਤੇ ਤੁਸੀਂ ਹੈਰਾਨ ਹੋਵੋਗੇ ਵੀ ਉਸ ਵੇਲੇ ਦੀ ਲੀਡਰਸ਼ਿਪ ਨੇ, ਉਸ ਵੇਲੇ ਦੀ ਸਰਕਾਰ ਨੇ, ਜਿਹਦੇ ਮੁਖੀ ਪੰਡਤ ਜਵਾਹਰ ਲਾਲ ਔਰ ਨਕਾਟਜੂ ਵਗੈਰਾ ਸਨ, ਉਹਨਾਂ ਨੇ ਬੈਨ ਕਰ ਦਿੱਤਾ, ਇਹ ਪਟੇਲ ਵੀ ਜ਼ਿੰਦਾ ਸਨ ਉਦੋਂ, ਕਿ ਤੁਸੀਂ ਪੰਜਾਬੀ ਸੂਬਾ ਜ਼ਿੰਦਾਬਾਦ ਵੀ ਨਹੀਂ ਕਹਿ ਸਕਦੇ। ਇਸ ਪਾਬੰਦੀ ਨੂੰ ਤੋੜਨ ਲਈ 14,000 ਸਿੱਖ ਜੇਲ੍ਹਾਂ ਵਿੱਚ ਗਏ। 14,000 ਜੇਲ੍ਹਾਂ ਵਿੱਚ ਜਾਣ ਤੋਂ ਬਾਅਦ ਸਾਨੂੰ ਇੰਨੀ ਕੁ ਗੱਲ ਕਹਿਣ ਦੀ ਆਜ਼ਾਦੀ ਮਿਲੀ, ਚੰਗਾ ਤੁਸੀਂ ਪੰਜਾਬੀ ਸੂਬਾ ਆਜ਼ਾਦ ਕਹਿ ਸਕਦੇ ਹੋ, ਪੰਜਾਬੀ ਸੂਬਾ ਜਿੰਦਾਬਾਦ ਕਹਿ ਸਕਦੇ ਹੋ। ਫਿਰ ਪੰਜਾਬੀ ਸੂਬੇ ਲਈ ਲੜਾਈ ਲੜੀ। ਚਾਹੀਦਾ ਤਾਂ ਇਹ ਸੀ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਇਹ ਮੌਕਾ ਹੀ ਨਾ ਮਿਲਦਾ। ਜਿਸ ਤਰ੍ਹਾਂ ਆਜ਼ਾਦ ਦੇਸ਼ਾਂ ਦੀਆਂ ਸਰਕਾਰਾਂ ਇਮਾਨਦਾਰੀ ਨਾਲ ਬੋਲੀ ਦੇ ਮਸਲੇ, ਕਲਚਰ ਦੇ ਮਸਲੇ ਆਉਂਦਿਆਂ ਸਾਰ ਇਹ ਪਹਿਲਾ ਮਸਲੇ ਹੱਲ ਕਰ ਦਿੰਦੇ ਨੇ ਤਾਂ ਕਿ ਕਿਸੇ ਬੰਦੇ ਨੂੰ ਸਰਕਾਰ 'ਤੇ ਇਤਰਾਜ਼ ਕਰਨ ਦਾ ਮੌਕਾ ਨਾ ਮਿਲੇ। ਪਰ ਸਾਡੇ ਦੇਸ਼ ਦੇ ਹੁਕਮਰਾਨਾਂ ਨੇ, ਉਹਨਾਂ ਨੂੰ ਸ਼ਾਇਦ ਫਾਇਦਾ ਹੀ ਇਸੇ ਗੱਲ ਵਿੱਚ ਸੀ, ਬੋਲੀ ਦੇ ਝਗੜੇ ਹੋਈ ਜਾਣ, ਸਾਡੀ ਗੱਦੀ ਕਾਇਮ ਰਹੇ। ਜੇ ਇਮਾਨਦਾਰੀ ਨਾਲ ਸੋਚਦੇ ਸ਼ਾਇਦ ਗੱਦੀ ਉਹਨਾਂ ਦੀ ਇਦੋਂ ਵੀ ਤਕੜੀ ਹੋਣੀ ਸੀ। ਜੇ ਮਸਲੇ ਹੱਲ ਹੋ ਜਾਂਦੇ ਸਾਰੇ, ਬੋਲੀ ਦਾ ਮਸਲਾ, ਸੂਬਿਆਂ ਦਾ ਮਸਲਾ ਔਰ ਘੱਟ ਗਿਣਤੀਆਂ ਦਾ ਮਸਲਾ, ਇਹ ਮਸਲੇ ਆਉਂਦਿਆਂ ਸਾਰ ਹੱਲ ਹੋ ਜਾਂਦੇ, ਸ਼ਾਇਦ ਉਹਨਾਂ ਨੂੰ ਵੀ ਆਪਣੀ ਗੱਦੀ ਦਾ ਫਿਕਰ ਨਹੀਂ ਸੀ ਰਹਿਣਾ। ਇਹ ਭੁਲੇਖਾ ਸੀ ਉਹਨਾਂ ਨੂੰ। पंजाबी सूबे लिए लाया गया मोर्चा कई साल चलता रहा। मास्टर तारा सिंह ते संत फतेह सिंह ने इस मोर्चे की अगवाई की।
पंजाबी सूबे दे मोर्चे लई सब तो वध कुर्बानी सिखां नूं ही करनी पई, क्योंकि पंजाब दी बहुती हिंदू जनता इस हक विच नहीं सी कि उत्तरी भारत विच कोई अजिहा सूबा बने जिथे कि सिख बहु गिणती विच हो जाण। आम तौर ते उन्हां ने इस मंग दा विरोध ही कीता। 1965 विच हिंद पाकिस्तान दी जंग शुरू हो जाण कारण यह मोर्चा अगे पा दिता गया। हिंद पाक लड़ाई विच सिखां ने वध चढ़ के हिस्सा लिया। आखिर इंदिरा सरकार ने 1966 विच पंजाबी सूबे दी मंग तां परवान कर लई, पर चंडीगढ़ जिस नूं पंजाब दी राजधानी वजों विकसित किया गया सी, उस नूं हरियाणा ते पंजाब दी सांझी राजधानी रहण दिता गया। पंजाब दे बहुत सारे पंजाबी बोलदे इलाके जां ते हरियाणा नूं दे दिते गए जां हिमाचल दे हिस्से आ गए। पंजाब दी बहुत सारी वसों ते खास करके अकाली नेता इहो जिहा लंगड़ा सूबा लैके खुश नहीं सन। It was a long run struggle in which about 65,000 people had to court arrest, and ultimately when Punjabi Suba was formed, it was not according to the wishes of the people. पंजाबी सूबे की स्थापति मगरों पंजाब के सियासी हालात ने एक नवा मोड़ लेना शुरू कर दिता। अकाली दल ने आनंदपुर साहब विखे अपने सालाना इजलास विच बहुचर्चित आनंदपुर साहब का मता पास किया। इस मते विच राज्यां नूं वध अधिकार देण दी गल कही गई सी। पंजाब विच पढ़े लिखे युवकां विच वध रही बेरोजगारी नूं ध्यान विच रखदे होए रोजगार दे नवे वसीले लभण अते पंजाब विच वड्डे वड्डे उद्योग स्थापित करन दी मंग सी। हरियाणे विच रह गए पंजाबी बोलदे इलाके ते चंडीगढ़ पंजाब नूं देण बारे भी किया गया सी। फौज विच सिखां दे मौजूदा अनुपात नूं कायम रखण ते रावी ब्यास दे पाणियां दी सही वंड बारे भी जोर दिता गया सी। जिथे आनंदपुर साहब दे मते विच पास कीतियां गईयां बहुतियां मंगां दा संबंध पंजाब दी समुच्ची वसों नाल सी, उत्थे कांग्रेस सरकार ने इस मते नूं देश दी एकता ते अखंडता नूं भारी खतरे दी दस्तावेज कह के इस नूं थां थां ते बदनाम करना शुरू कर दिता। जे वो सारे देश लई वध अधिकारां दा मंग करदा आनंदपुर साहब दा मता, फिर इस गल नाल वखवादी कह के क्यों सानूं टालिया जावे। पंजाब दी अकाली पार्टी सरकार पास लगातार अपनियां मंगां पेश करती रही, पर केंद्र विच बैठी कांग्रेस सरकार पंजाब दियां हक्की मंगां नूं भी विघटनकारी कह के नजरअंदाज करती रही। हरी क्रांति तो बाद पंजाब जिथे आर्थिक तौर ते खुशहाल हो गया सी, उत्थे पढ़े लिखे नौजवानां विच बेकारी दी समस्या गंभीर रूप धारण करती जा रही सी। पंजाब दीयां समस्यावां बारे कोई भी कौमी पार्टी जां कांग्रेस सरकार गंभीर नहीं सी। 1978 विच अमृतसर विखे होए निरंकारी समागम दे समय अखंड कीर्तनी जत्थे दे 13 ਸਿੰਘਾਂ ਨੂੰ शहीद कर दिता गया। ਉਹ अवतार बाणी विच कह गए अपमानजनक शब्दां दा शांतमई ढंग नाल विरोध करन लई शब्द कीर्तन करदे निरंकारी समागम वल जा रहे सन। उसे साल दिल्ली विच निरंकारी बाबे गुरबचन सिंह दा कतल हो गया। कुछ चिर मगरों हिंद समाचार समूह दे प्रमुख पत्रकार लाला जगत नारायण नूं किसी ने गोली मार दिती। लाला जगत नारायण दे कतल दे संबंध विच पहला संत पिंडरां वाले नूं गिरफ्तार किया गया ते फिर अकाली दल दे जोर देण ते उन्हां नूं छड्ड दिता गया। एक पासे पंजाब कांग्रेस अते ज्ञानी जैल सिंह दरबारा सिंह विच पई आपसी फुट हालात नूं खराब कर रही सी ते दूजे पासे अकाली दल दे मुकाबले ते पंजाब विच एक नवी शक्ति उभर के सामने आ रही सी, जिसने अपने निरपै स्वरूप ते प्रभावशाली प्रचार सदका पंजाब दे नौजवानां नूं एक नवे सच्चे विच टालना शुरू कर दिता सी। पिंडरां वाले दा जन्म सन 1947 विच होया। ਉਹ ਬਾਬਾ ਜੋਗਿੰਦਰ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਉਸਨੇ ਪਿੰਡ ਦੇ ਸਕੂਲ ਵਿੱਚ 5ਵੀਂ ਤੱਕ ਪੜ੍ਹਾਈ ਕੀਤੀ। ਮਗਰੋਂ ਉਹ ਚੌਕ ਮਹਿਤਾ ਚਲੇ ਗਏ ਤੇ ਇੱਥੇ ਹੀ ਸੰਤ ਕਰਤਾਰ ਸਿੰਘ ਜੀ ਦੇ ਦੇਹਾਂਤ ਮਗਰੋਂ ਉਹਨਾਂ ਦੇ ਜਾਨਸ਼ੀਨ ਥਾਪੇ ਗਏ।
ਪਿੰਡਰਾਂ ਵਾਲੇ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਪ੍ਰਵਿਰਤੀ ਨੂੰ ਰੋਕਣਾ, ਅੰਮ੍ਰਿਤਪਾਨ ਕਰਾ ਕੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦੇਣੀ ਅਤੇ ਜਿਨ੍ਹਾਂ ਵਿਰੁੱਧ ਸਿਆਸੀ, ਸੱਭਿਆਚਾਰਕ ਜਾਂ ਧਾਰਮਿਕ ਅਨਿਆਂ ਹੋ ਰਿਹਾ ਸੀ ਉਹਨਾਂ ਨੂੰ ਇਨਸਾਫ ਦਿਲਾਣਾ ਸੀ। ਤੇ ਮੇਰਾ ਆਪਦਾ ਕੰਮ ਹੈ ਅੰਮ੍ਰਿਤ ਛਕਾਉਣਾ, ਗੁਰੂ ਕੀ ਬਾਣੀ ਦੇ ਅਰਥ ਕਰਨੇ, ਨਾਲ ਦੇ ਨੂੰ ਗੁਰਬਾਣੀ ਪੜਾਉਣੀ। ਆਪ ਜਿੰਨੀ ਮੇਥੋਂ ਪੜ੍ਹੀ ਜਾਵੇ ਮੈਂ ਪੜ੍ਹਦਾ, ਸਤਿਗੁਰੂ ਜੀ ਨੇ ਕਿਰਪਾ ਕਰਕੇ ਪੜਾਉਂਦੇ ਆ। ਇਹ ਮੈਂ ਨਹੀਂ ਕਹਿ ਸਕਦਾ ਮੈਂ ਕਿੰਨੀ ਕੁ ਪੜ੍ਹਦਾ। ਸੋ ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਸਿੱਖ ਪੱਕਾ ਸਿੱਖ ਬਣੇ। ਸਮੂਹ ਪ੍ਰਾਣੀਆਂ ਦੇ ਨਸ਼ੇ ਛਡਾਉਣੇ। ਧੀ ਭੈਣ ਦੇ ਜਿਨ੍ਹਾਂ ਨੇ ਇੱਜ਼ਤ ਲੁੱਟੀ ਹੈ, ਸਰੂਪਾਂ ਨੂੰ ਅੱਗਾ ਲਾਈਆਂ, ਧਾਰਮਿਕ ਸਥਾਨਾਂ ਦੀ ਬੇਅਦਬੀ ਕੀਤੀ ਹੈ, ਮਾਸੂਮਾਂ ਦਾ ਖੂਨ ਪੀਤਾ, ਉਹਨਾਂ ਤੋਂ ਹੱਕ ਲੈਣ ਦੀ ਇੱਛਕ ਰਹਿਣਾ ਅਤੇ ਹੱਕ ਲੈਣ ਦੀ ਪ੍ਰੇਰਣਾ ਕਰਨੀ, ਇਹ ਮੇਰਾ ਕੰਮ ਹੈ। I think he was a rustic preacher. He did a lot of good to start with. He brought a whole lot of young generation to give up smoking, drinking, taking opium, and therefore he had this enormous following after him. I think that he was a deeply religious man, but he was not a very educated man. So he understood only the superficial aspects of Sikhism. He didn't understand really the message of humanity, which is the basis of this religion, the message of equality, the message of progress. He didn't understand any of those things. ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਨਿਹੱਥੇ ਜਾਂ ਨਿਰਦੋਸ਼ ਤੇ ਵਾਰ ਕਰਦੇ ਨਹੀਂ, ਪਰ ਜ਼ੁਲਮ ਕਰਨ ਵਾਲੇ ਨੂੰ ਉਹ ਬਖਸ਼ਣਗੇ ਵੀ ਨਹੀਂ। ਨਿਰਦੋਸ਼ੇ ਤੇ ਵਾਰ ਕਰਦਾ ਨਹੀਂ ਤੇ ਸ਼ਹੀਦਾਂ ਦੇ ਕਾਤਲ ਨਾਲ ਲਿਹਾਜ਼ ਮੇਥੋਂ ਹੋਣਾ ਨਹੀਂ। ਸੰਤ ਪਿੰਡਰਾਂ ਵਾਲੇ ਜਿੱਥੇ ਵੀ ਪ੍ਰਚਾਰ ਕਰਨ ਜਾਂਦੇ, ਸ਼ਸਤਰਧਾਰੀ ਨੌਜਵਾਨ ਉਹਨਾਂ ਦੇ ਨਾਲ ਹੁੰਦੇ। ਉਹਨਾਂ ਨੇ ਕਈ ਵਾਰ ਆਪਣੇ ਲੈਕਚਰਾਂ ਵਿੱਚ ਕਿਹਾ ਸੀ, ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ, ਸਿੱਖ ਉਦੋਂ ਦਾ ਗੁਲਾਮ ਹੈ। ਖਾਸ ਕਰਕੇ ਗੁਲਾਮੀ ਦੀਆਂ ਘਟਨਾਵਾਂ ਜੋ ਹਿੰਦੁਸਤਾਨ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਵਾਪਰ ਰਹੀਆਂ, ਇਹ ਪ੍ਰਤੱਖ ਮਿਸਾਲ ਹੈ ਸਾਰਿਆਂ ਦੇ ਸਾਹਮਣੇ। ਇਹਨਾਂ ਦਿਨਾਂ ਵਿੱਚ ਹੀ ਦਿੱਲੀ ਵਿੱਚ 1982 ਦੀਆਂ ਏਸ਼ੀਆਈ ਖੇਡਾਂ ਹੋਣ ਵਾਲੀਆਂ ਸਨ। ਸਿੱਖ ਕਾਲੀਆਂ ਪੱਗਾਂ ਬੰਨ੍ਹ ਕੇ ਜਾਂ ਕਾਲੀਆਂ ਝੰਡੀਆਂ ਲੈ ਕੇ ਇਸ ਮੌਕੇ ਤੇ ਰੋਸ਼ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਸਨ ਤਾਂ ਜੋ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਬਜਾਏ ਇਸ ਦੇ ਕਿ ਉਹਨਾਂ ਨੂੰ ਆਪਣਾ ਇਹ ਸੰਵਿਧਾਨਿਕ ਅਧਿਕਾਰ ਵਰਤਣ ਦੀ ਆਗਿਆ ਦਿੱਤੀ ਜਾਂਦੀ, ਸਰਕਾਰ ਨੇ ਪੰਜਾਬ, ਹਰਿਆਣਾ ਜਾਂ ਹੋਰ ਪ੍ਰਾਂਤਾਂ ਤੋਂ ਦਿੱਲੀ ਆਉਣ ਵਾਲੇ ਸਿੱਖ ਜਥਿਆਂ ਤੇ ਪਾਬੰਦੀ ਲਗਾ ਦਿੱਤੀ। ਏਸ਼ੀਆਡ ਦੇ ਵਿੱਚ ਹਿੰਦੁਸਤਾਨ ਦੀ ਰਾਜਧਾਨੀ ਵਿੱਚ ਖੇਡ ਹੋਏ, ਉੱਥੇ ਸਿੱਖ ਨਹੀਂ ਆ ਸਕਦਾ ਸੀ, ਸਿੱਖ ਜਾ ਨਹੀਂ ਸਕਦਾ ਸੀ ਔਰ ਸਿੱਖਾਂ ਨੂੰ ਉਸ ਵਕਤ ਗ੍ਰਿਫਤਾਰ ਕੀਤਾ ਗਿਆ। ਉਸ ਗ੍ਰਿਫਤਾਰੀ ਵਿੱਚ ਸਿਰਫ ਸਿੱਖ ਅਕਾਲੀ ਲੀਡਰ ਹੀ ਨਹੀਂ ਕੀਤੇ ਗਏ, ਜੋ ਵੀ ਸਿੱਖ ਨਜ਼ਰ ਆਇਆ, ਹਰਿਆਣਾ ਬਾਰਡਰ ਤੋਂ ਭਾਵੇਂ ਉਹ ਜਰਨੈਲ ਸੀ, ਭਾਵੇਂ ਉਹ ਮਿਲਟਰੀ ਦਾ ਸੀ, ਭਾਵੇਂ ਉਹ ਸਿਵਲੀਅਨ ਸੀ, ਕਿਸੇ ਉਸਦੇ ਨਾਲ ਕਿਸੇ ਦਾ ਪੋਲੀਟੀਕਲ ਤਾਲੁਕ ਸੀ ਕਿ ਨਹੀਂ ਸੀ, ਸਿੱਖ ਹੋਣਾ ਉਸਦਾ ਗੁਨਾਹ ਸੀ। ਏਸ਼ੀਆਈ ਖੇਡਾਂ ਦੇ ਦੌਰਾਨ ਭਜਨ ਲਾਲ ਸਰਕਾਰ ਨੇ ਹਰਿਆਣੇ ਵਿੱਚ ਸਿੱਖਾਂ ਉੱਤੇ ਬੜੇ ਜ਼ੁਲਮ ਕੀਤੇ, ਜਿਸ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਇਸ ਆਜ਼ਾਦ ਭਾਰਤ ਵਿੱਚ ਉਹ ਕਿਹੜਾ ਹਿੱਸਾ ਹੈ ਜਿੱਥੇ ਸਿੱਖ ਅਨੁਭਵ ਕਰਦਾ ਮੈਂ ਆਜ਼ਾਦ ਹਾਂ। ਸਾਨੂੰ ਜਵਾਬ ਦਿਓ ਇਸ ਗੱਲ ਦਾ। ਜੋ ਸੀਸਗੰਜ ਵਿੱਚ ਵਾਅਦਾ ਕੀਤਾ, ਬੰਬਈ ਵਾਅਦਾ ਕੀਤਾ, ਉਸ ਵਾਅਦੇ ਨੂੰ ਸਾਹਮਣੇ ਰੱਖਦਿਆਂ ਦਿੱਲੀ ਦੇ ਤਖਤ ਤੇ ਜੋ ਬੈਠੇ ਨੇ ਉਹ ਸਾਨੂੰ ਦੱਸਣ ਹਿੰਦੁਸਤਾਨ ਦੇ ਕਿਹੜੇ ਹਿੱਸੇ ਵਿੱਚ ਸਿੱਖ ਅਨੁਭਵ ਕਰਦਾ ਮੈਂ ਆਜ਼ਾਦ ਹਾਂ। ਸਿੱਖ ਨੇ ਇਹ ਤੋਂ ਉਲਟ ਅਹਿਸਾਸ ਕੀਤਾ ਔਰ ਇਸ ਤਰ੍ਹਾਂ ਅਹਿਸਾਸ ਕਰਾ ਦਿੱਤਾ ਸਿੱਖ ਨੂੰ, ਤੂੰ ਗੁਲਾਮ ਹੈ, ਤੂੰ 2 ਨੰਬਰ ਦਾ ਸ਼ਹਿਰੀ ਹੈ। ਖੇਡਾਂ ਖਤਮ ਹੋ ਗਈਆਂ, ਪਰ ਪੰਜਾਬ ਵਿੱਚ ਤਣਾਅ ਵਧਣਾ ਸ਼ੁਰੂ ਹੋ ਗਿਆ। ਇਸ ਤਣਾਅ ਨੂੰ ਵਧਾਉਣ ਵਿੱਚ ਜਲੰਧਰ ਤੇ ਦਿੱਲੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਕਈ ਅਖਬਾਰਾਂ ਨੇ ਬੜੀ ਮਾੜੀ ਭੂਮਿਕਾ ਅਦਾ ਕੀਤੀ। ਉਹਨਾਂ ਨੂੰ ਇੱਕ ਬੈਨੀਫਿਟ ਹੈ ਕਿ ਉਹ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਿਤਨੀ ਵੀ ਜ਼ਹਿਰ ਕਿਉਂ ਨਾ ਉਗਲਣ, ਕਿਉਂਕਿ ਉਹ ਬਾਈ ਫੇਸ ਹਿੰਦੂ ਨੇ, ਪਾਰਟ ਐਂਡ ਪਾਰਸਲ ਆਫ ਦਾ ਮੈਜੋਰਿਟੀ ਕਮਿਊਨਿਟੀ ਨੇ। ਇਸ ਲਈ ਹਿੰਦੁਸਤਾਨ ਦੀ ਐਡਮਿਨਿਸਟ੍ਰੇਸ਼ਨ 'ਚ ਕਮਿਊਨਲਿਜ਼ਮ ਜਿਹੜਾ ਹੈ ਉਹ ਵੀ ਐਡਮਿਨਿਸਟ੍ਰੇਸ਼ਨ 'ਚ ਹਾਵੀ ਹੋ ਚੁੱਕਿਆ। ਪੰਜਾਬ ਵਿੱਚ ਹੋਣ ਵਾਲੇ ਹਰ ਕਤਲ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਗਿਆ ਤੇ ਪੁਲਿਸ ਹੱਥੋਂ ਮਰਨ ਵਾਲੇ ਹਰ ਨੌਜਵਾਨ ਨੂੰ ਦਹਿਸ਼ਤਗਰਦ ਕਹਿ ਕੇ ਦੇਸ਼ ਵਿੱਚ ਸਿੱਖਾਂ ਵਿਰੁੱਧ ਨਫ਼ਰਤ ਦਾ ਵਾਤਾਵਰਣ ਹੋਰ ਤਿੱਖਾ ਕਰ ਦਿੱਤਾ ਗਿਆ। ਅਕਾਲੀ ਦਲ ਨੇ ਸਰਕਾਰ ਕੋਲ ਆਪਣੀਆਂ ਮੰਗਾਂ ਦਾ ਚਾਰਟਰ ਪੇਸ਼ ਕੀਤਾ।
इन्हां विच प्रमुख मंगां ओहियो सन जिन्हां दा उल्लेख आनंदपुर साहिब दे मते विच कीता गया सी। इस दे नाल ही नाल उन्हां ने अमृतसर नूं पवित्र शहर होली सिटी घोषित करन ते हरमंदर साहब अमृतसर तो गुरबाणी दा कीर्तन प्रसारित करन लई दरबार साहब कॉम्पलैक्स विच रेडियो ट्रांसमीटर लगाउण दी भी मंग पेश कीती। अपनियां मंगां दे संबंध विच पंजाब दे प्रमुख अकाली नेता कई बार श्रीमती इंदिरा गांधी ते बूटा सिंह नूं मिले। किया जाता है कि श्रीमती गांधी ने बहुत सारिया मंगां नूं प्रवान भी कर लिया सी, पर इस तो पहला कि इन्हां मंगां बारे कोई भी अंतिम निर्णय लिया जाता, श्रीमती गांधी ने अपना मन बदल लिया ते अकाली नेता निराश होके पंजाब वापस परत आए। To our great disappointment, issues could not be clinched. Whenever a settlement seemed in sight, they came up with fresh demands or hardened their attitude on matters earlier agreed on. साडी किन्नी भी जायज गल होवे, किन्नी भी कोई कमिटमेंट होवे, कोई फैसला होवे, सानू उस विच इंसाफ नहीं मिलिया। जे साडे नाल कोई वायदा हो गया तो उस ते कोई सरकार पूरा ना उतरी। हुण संत पिंडरा वाले ते उन्हां दे समर्थकां नूं इह कहण दा अवसर मिल गया कि सिखां नूं दिल्ली दी सरकार पासों किसी भी तरह दा इंसाफ मिलण दी आस नहीं रखनी चाहिदी। इन्हां दिनां विच संत पिंडरा वाले दरबार साहब कॉम्पलैक्स दे बाहर गुरु नानक निवास विच ठहरे होए सन। सरकार ने उन्हां नूं उदों क्यों गिरफ्तार नहीं कीता, इस बारे हुण कुछ भी कह सकना संभव नहीं। कईयां दा कहना सी कि ओह कांग्रेस सरकार नाल मिले होए सन ते कांग्रेस ने ही उन्हां नूं मॉडरेट अकालियां दे मुकाबले ते खड़ा कीता सी। Bhindranwala was brought into politics by the Congress side to weaken the Akalis, and Akalis also tried to use Bhindranwala in order to get a better bargain. So both Congress side and then the Akalis were trying to play Bhindranwala card with an eye on their short-term political gains. You see, actually the Congress started the game, but the Akalis thought that by propping up Bhindranwala, they will be able to overawe the Congress and get their demands fulfilled. They had lined a Dharm Yudh Morcha with 45 demands and all that, which they at one stage reduced to 15. While the Congress thought that by putting up Bhindranwala against the Akalis, they are making Akalis irrelevant. मैं ਤੁਹਾਡੇ ਨਾਲ ਮੰਨਣਾ ਕਿ ਇੱਕ ਵਕਤ ਐਸਾ ਸੀਗਾ ਜਦੋਂ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਸਪੋਰਟ ਦਿੱਤੀ ਸੀ, ਲੇਕਿਨ ਉਹ ਬੜੇ ਇਨੀਸ਼ੀਅਲ ਸਟੇਜ ਤੇ ਕੋਈ ਨਵੀਂ ਪਾਰਟੀ ਪੈਦਾ ਕੀਤੀ। ਪਾਰਟੀ ਹਰ ਕੋਈ ਪੈਦਾ ਕਰਦਾ ਔਰ ਇਹ ਪੋਲੀਟਿਕਸ ਹੁੰਦੀ ਹੁੰਦਾ ਹੈ, लेकिन जो ताकत देती एज एक्सट्रीमिस्ट एज मिलीटेंट वो अकालियां आप देती हो। मेरिया बसा सड़न मैं तां भी कांग्रेसी, लाइसेंस मेरे कैंसल होने मैं तां भी कांग्रेसी, नाल दे सिंह शहीद हो जाण मैं तां भी कांग्रेसी, ते जे ਸਿੰਘਾਂ ते कुट पवे मैं तां भी कांग्रेसी, जे ਸਿੰਘਾਂ ਦਾ इतना नुकसान होवे विद्यार्थी मेरे नाल दे पुट्ठे फड़ के लटकाए जाण मैं तां भी कांग्रेसी, इन्हां दे लाइसेंस बण तां भी अकाली, इन्हां कोल कातल चाह पीण तां भी अकाली, ਇਹ ਕਾਤਲਾਂ ਨੂੰ ਜੱਫੀਆਂ ਪਾਉਣ ਤਾਂ ਵੀ ਅਕਾਲੀ, ਇਹ ਸਾਰੇ ਦੇ ਸਾਰੇ ਕਾਂਗਰਸੀਆਂ ਦੇ ਘਰ ਰੋਟੀ ਖਾ ਲੈਣ ਤੇ ਤਾਂ ਵੀ ਅਕਾਲੀ। ਤੇ ਮੈਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਇੰਟਰਵਿਊ ਦੇ ਰਿਹਾ, ਭਰ ਰਿਹਾ। ਸੋ ਮੈਂ ਪਰ ਇਹ ਨਿਸ਼ਚੇ ਨਾਲ ਕਹਿਣ ਨੂੰ ਤਿਆਰ ਹੈ ਕਿ 8 ਸਾਲਾਂ ਵਿੱਚ 8ਵਾਂ ਸਾਲ ਮੈਨੂੰ ਹੈ ਦਸਤਾਰਬੰਦੀ ਹੋਈ ਨੂੰ, 8 ਸਾਲਾਂ ਵਿੱਚ ਕਿਸੇ ਕਾਂਗਰਸੀ ਐਮਐਲਏ ਦੇ ਘਰੋਂ, ਕਿਸੇ ਅਕਾਲੀ ਐਮਐਲਏ ਦੇ ਘਰੋਂ, ਕਿਸੇ ਕਾਮਰੇਡ ਐਮਐਲਏ ਦੇ ਘਰੋਂ, ਕਿਸੇ ਸੋਸ਼ਲਿਸਟ ਐਮਐਲਏ ਦੇ ਘਰੋਂ ਦਾਸ ਨੂੰ ਕਿਸੇ ਨੇ ਫਿੱਕੇ ਪਾਣੀ ਦੀ ਵੀ ਘੁੱਟ ਇੱਕ ਪੀਂਦਿਆਂ ਹੋਇਆ ਮੈਨੂੰ ਕਿਸੇ ਨੇ ਵੇਖਿਆ ਜਾਂ ਫੜਿਆ ਤੇ ਮੈਂ ਆਪਣੇ ਸਿਰ ਵਡਵਾਉਣ ਨੂੰ ਤਿਆਰ ਹਾਂ। ਹਾਂ, ਜਨਤਾ ਦੇ ਘਰੋਂ ਚਾਹੇ ਕੋਈ ਕਾਂਗਰਸੀ ਹੈ ਚਾਹੇ ਅਕਾਲੀ ਹੈ, ਉਹ ਮੈਂ ਲੰਗਰ ਛਕਦਾ, ਕਿਉਂਕਿ ਮੇਰੇ ਕੋਲ ਜਿਹੜਾ ਆਇਆ ਮੈਂ ਉਹਨੂੰ ਅੰਮ੍ਰਿਤ ਛਕਾਉਣਾ ਤੇ ਗੁਰੂ ਦੇ ਲੜ ਲਾਉਣਾ, ਇਹ ਮੇਰਾ ਕੰਮ ਹੈ। ਜਦੋਂ ਪਿੰਡਰਾਂ ਵਾਲੇ ਆਪਣੇ ਅਨੁਆਈਆਂ ਸਹਿਤ ਅਕਾਲ ਤਖਤ ਦੇ ਸਥਾਨ ਤੇ ਚਲੇ ਗਏ ਤਾਂ ਸਰਕਾਰ ਨਾਲ ਹੋਣ ਵਾਲੇ ਕਿਸੇ ਸੰਭਾਵਿਤ ਟਕਰਾਓ ਨੂੰ ਮੁੱਖ ਰੱਖਦੇ ਹੋਏ ਦਰਬਾਰ ਸਾਹਿਬ ਦੇ ਆਸ-ਪਾਸ ਮੋਰਚੇਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕੋਲ ਇਤਨੀ ਮਾਤਰਾ ਵਿੱਚ ਹਥਿਆਰ ਕਿਵੇਂ ਪਹੁੰਚੇ, ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਹੈ। You know, you may not believe this, but till the end of December 83, there were hardly any arms in the temple. Hardly any. Then they started to get arms in, but as the government in Delhi, in fact you should interview some of those people, knows fully well that there were these car seva trucks going in, one of which was stopped in January 84. It was filled with weapons. And the police stopped it and rang Delhi
and Delhi said, let it go in. Now, who allowed that truck to go in? So the arming, I personally think, was part of the game, you know, that they actually wanted this kind of, you know, great Asian games of the Golden Temple to win them the next election, you know, so they allowed that to happen. पंजाब विच वधे हुए तनाव ते दरबार साहब कॉम्पलैक्स विच हो रही मोर्चेबंदी नूं अखबारां ते केंद्र दी सरकार ने रज के उछालिया। सरकारी नियंत्रण थले काम करने वाले मीडिया तो दिन रात प्रचार करके देशवासियों नूं इस गल दा एहसास करवा दिता गया कि पिंडरां वाले ते उसदे साथियां नूं अकाल तखत चों कढण लई फौजी कार्रवाई तो बिना हुण सरकार कोल होर कोई चारा नहीं रह गया। On the day of the attack, I commanded a force of mixed groups. There were Hindus, there were Biharis, there were Rajputs, there were Madrasis, there were Garhwalis, there were Kumaunis, there were Sikhs. We were all mixed groups. I'm a Sikh myself. And we had to understand the reasons for which we were going in, as brought out by my predecessors on the mic. This was as a last resort, and we could not help but entering the Golden Temple complex so that the country was not held to ransom any longer. But it is still not clear why Bhindranwale chose to confront the might of the Indian army, which was superior both in weaponry and sheer numbers. The only plausible answer is that Bhindranwale was a religious zealot and thus chose to die an honorable death rather than face the ignominy of surrender. The Sikhs have a martial tradition, and to die in defense of the Golden Temple is the supreme sacrifice to be remembered in the annals of Sikh history. सतगुरु किरपा करन ਇਹ ਤੁਹਾਡੇ ਕੋਲ ਇੱਕ ਮੰਗ ਮੇਰੀ ਹੈਗੀ ਆ ਉਹ ਕੇਵਲ ਇੱਕੋ ਇੱਕ ਇਹ ਹੈ ਕਿ ਕਲਗੀਧਰ ਦੇ ਚਰਨਾਂ 'ਚ ਅਰਦਾਸ ਕਰੋ ਜੋ ਪਿਤਾ ਜੀ ਨੇ ਅਕਾਲ ਪੁਰਖ ਤੋਂ ਮੰਗਿਆ ਉਹੀ ਮੰਗ ਦਾਸਦੀ ਹੈ ਪਿਤਾ ਦੇ ਹੁਕਮ ਬਚਨਾਂ ਦੁਆਰਾ ਜਦ ਆਪ ਕਿਉ ਨਿਦਾਨ ਬਣੇ ਆਤੇ ਹਿਰਣ ਮੈਂ ਤਬ ਜੂਝ ਮਰੋ ਮੰਜੇ ਤੇ ਪੈ ਕੇ ਜਾਂ ਸੋਭਾ ਸੱਟ ਤੇ ਪੈ ਕੇ ਜਾਨ ਨਿਕਲਣੀ ਨਹੀਂ ਮੰਗਦਾ ਸਤਿਗੁਰੂ ਕਿਰਪਾ ਕਰਨ ਧਰਮ ਵਾਸਤੇ ਪੰਥ ਵਾਸਤੇ ਤੇ ਸਿੱਖੀ ਸ਼ਾਨ ਵਾਸਤੇ ਧਾਰਮਿਕ ਸਥਾਨਾਂ ਵਾਸਤੇ ਜ਼ਿੰਦਗੀ ਤੇ ਲੱਗੇ। Bhindranwale had an example on that very day, which was being celebrated as the martyrdom day of Guru Arjan Dev. It is probably this religious outlook that forced his hand, as well as the fact that he had no other way out. So when the battle began, Bhindranwale was prepared. We knew that Blue Star was going to take place because, or something was going to take place because we'd heard Mrs. Gandhi's broadcast, and we went down the Golden Temple and we saw it was surrounded by the army. But on the night before Blue Star actually started, a policeman who has sadly since died, a very nice policeman, came into the hotel and said, "You've all got to get into buses and go." So we objected to this, and he said, "You've got to go for your safety." So I argued with him. I said, "Look, if it's for our safety we've got to go, we should go in the daytime because it's dark now and it'll be unsafe." Of course, why I was actually arguing that was because if we went in the daytime, we might hope to see something. So we did go eventually in the daytime, very early in the morning. We heard rather than saw anything because we were kept well away from the Golden Temple. And I suppose the most amazing sight which we did see actually was not in Amritsar, but was the fact that the Grand Trunk Road was absolutely empty. Not a bullock cart moved on it. And Punjab was in complete control of the army that day. Then we came back again, of course, for the first briefing given by General Sundarji, and I was deeply shocked, I must say, because by the damage which had been done to the Golden Temple, in particular to the Akal Takht. And I remember going into the first floor of the Akal Takht and seeing the floor absolutely littered with empty cartridge cases. And I don't think any of us, until we actually got in there, even from the television pictures and things, had realized the extent of the damage done. दरबार साहब ते होए हमले तो कुछ दिन मगरों पहला ज्ञानी जैल सिंह ते फिर 2 को हफ्ते पिछों श्रीमती इंदिरा गांधी अमृतसर पुजे। उन्हां हरमंदर साहब विच मत्था टेकिया ते अकाल तखत साहब ते होर इमारतां नूं होए नुकसान दा जायजा लिया। उन्हां ने तबाह होए अकाल तखत दी मुरम्मत करवा के फौजी कार्रवाई उपर पर्दा पा देण दा फैसला कर लिया।
ਉਹਨਾਂ ਦਾ ਖਿਆਲ ਸੀ ਕਿ ਜਦੋਂ ਤੱਕ ਤਬਾਹ ਤੇ ਬਰਬਾਦ ਹੋਇਆ ਅਕਾਲ ਤਖਤ ਸਿੱਖਾਂ ਦੀਆਂ ਅੱਖਾਂ ਸਾਹਮਣੇ ਰਹੇਗਾ, ਉਹ ਇਹ ਗੱਲ ਨਹੀਂ ਭੁੱਲ ਸਕਣਗੇ ਕਿ ਉਹਨਾਂ ਦੇ ਇਸ ਪਾਵਨ ਪਵਿੱਤਰ ਅਸਥਾਨ ਨੂੰ ਭਾਰਤੀ ਫੌਜਾਂ ਨੇ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਤਬਾਹ ਕੀਤਾ ਸੀ। श्रीमती गांधी ने अकाल तखत की मुरम्मत का काम निहंगा दे मुखी बाबा संता सिंह नूं सौंपिया। सिख भाईचारा ते खास करके खाड़कू नौजवान टट्ठे हुए अकाल तखत साहब की उसारी का काम संगतां दे सहयोग नाल करना चाहते सन। ਇਹ ਤਖਤ ਹੈ ਜਿਸ ਨੂੰ ਕਦੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਨੇ ਬਣਾਇਆ ਸੀ। ਇਹ ਉਹ ਤਖਤ ਹੈ ਜਿਸ ਨੂੰ ਕਦੇ ਬਾਅਦ ਵਿੱਚ ਪੰਜਾਂ ਪਿਆਰਿਆਂ ਦੀ ਸਰਪ੍ਰਸਤੀ ਹੇਠ ਬਣਾਇਆ ਗਿਆ ਸੀ। ਉਸ ਰਵਾਇਤ ਨੂੰ ਕਾਇਮ ਰੱਖਣਾ ਹੈ। ਕਿਸੇ ਇੱਕ ਮਨੁੱਖ ਨੂੰ ਕੋਈ ਹੱਕ ਨਹੀਂ ਆਪਣੀ ਮਰਜ਼ੀ ਨਾਲ ਤਖਤ ਬਣਾਉਂਦਾ ਫਿਰੇ। ਜਿਹੜਾ ਅਕਾਲ ਤਖਤ ਤੋਂ ਛੇਕਿਆ ਗਿਆ ਹੈ, ਪ੍ਰਵਾਨ ਹੀ ਨਹੀਂ ਕੌਮ ਨੇ ਕੀਤਾ, ਉਹਦਾ ਤਖਤ ਬਣਾਇਆ, ਕੌਮ ਕਿਵੇਂ ਪ੍ਰਵਾਨ ਕਰ ਲਏਗੀ? ਇਹ ਕਦੇ ਹੋ ਹੀ ਨਹੀਂ ਸਕਦਾ। ਨਿਹੰਗ ਸੰਤਾ ਸਿੰਘ ਦੁਆਰਾ ਮੁਰੰਮਤ ਕੀਤੇ ਗਏ ਅਕਾਲ ਤਖਤ ਨੂੰ ਸਿੱਖ ਜਗਤ ਨੇ ਪ੍ਰਵਾਨ ਨਾ ਕੀਤਾ ਤੇ ਉਹਨਾਂ ਨੇ ਅਕਾਲ ਤਖਤ ਦੀ ਉਸ ਇਮਾਰਤ ਨੂੰ ਢਾਹ ਕੇ ਆਪਣੇ ਖੂਨ ਪਸੀਨੇ ਤੇ ਮਿਹਨਤ ਨਾਲ ਨਵੇਂ ਅਕਾਲ ਤਖਤ ਦੀ ਸਿਰਜਣਾ ਦਾ ਕਾਰਜ ਸ਼ੁਰੂ ਕਰ ਦਿੱਤਾ। ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚੋਂ ਕਥਿਤ ਆਤੰਕਵਾਦੀ ਨੌਜਵਾਨਾਂ ਨੂੰ ਪਕੜਨ ਤੇ ਉਹਨਾਂ ਦੀ ਅਲਖ ਮੁਕਾ ਦੇਣ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਇਸ ਨੂੰ ਵੁੱਡ ਰੋਜ਼ ਆਪਰੇਸ਼ਨ ਦਾ ਨਾਂ ਦਿੱਤਾ ਗਿਆ। ਪੰਜਾਬ ਦੇ ਅਨੇਕਾਂ ਬੇਗੁਨਾਹ ਯੁਵਕ ਇਸ ਆਪਰੇਸ਼ਨ ਦੇ ਤਹਿਤ ਮਾਰ ਦਿੱਤੇ ਗਏ। ਸਰਕਾਰ ਦਾ ਕਹਿਣਾ ਸੀ ਕਿ ਉਹ ਦੇਸ਼ ਨੂੰ ਟੁਕੜੇ ਟੁਕੜੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਰਕਾਰੀ ਮਸ਼ੀਨਰੀ ਦੇ ਹੱਥ ਮਜ਼ਬੂਤ ਕਰਨ ਲਈ ਵਿਧਾਨ ਵਿੱਚ ਤਰਮੀਮਾਂ ਕਰਕੇ ਇਹੋ ਜਿਹੇ ਕਾਨੂੰਨ ਪਾਸ ਕੀਤੇ ਗਏ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ। After Blue Star, another hideous mistake was made, and that was this so-called Operation Woodrose, when people talked loosely about flushing out terrorists. And the end result was you didn't flush out terrorists, you created a whole lot more. And when you see every government is based on justice, social, economic and political, and if it fails to give justice, then it becomes counterproductive, and then people take up the arms. ਘਟਨਾਵਾਂ ਦਾ ਕ੍ਰਮ ਬੜੀ ਤੇਜ਼ੀ ਨਾਲ ਬਦਲ ਰਿਹਾ ਸੀ। 31 ਅਕਤੂਬਰ 1984 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਉਹਨਾਂ ਦੇ ਇਸ ਕਤਲ ਵਿੱਚ ਉਹਨਾਂ ਦੇ ਹੀ ਦੋ ਅੰਗ ਰਕਸ਼ਕ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ। ਬੇਅੰਤ ਸਿੰਘ ਨੂੰ ਤਾਂ ਘਟਨਾ ਸਥਲ ਤੇ ਹੀ ਕਿਸੇ ਹੋਰ ਅੰਗ ਰਕਸ਼ਕ ਨੇ ਗੋਲੀ ਮਾਰ ਕੇ ਮਾਰ ਦਿੱਤਾ, ਜਦਕਿ ਸਤਵੰਤ ਸਿੰਘ ਤੇ ਮੁਕੱਦਮਾ ਚਲਾ ਕੇ ਉਸ ਨੂੰ ਫਾਂਸੀ ਦੇ ਦਿੱਤੀ ਗਈ। ਜਦੋਂ ਇਸ ਘਟਨਾ ਬਾਰੇ ਬੇਅੰਤ ਸਿੰਘ ਦੀ ਪਤਨੀ ਬਿਮਲ ਖਾਲਸਾ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ, ਦਰਬਾਰ ਸਾਹਿਬ ਦੀ ਬੇਅਦਬੀ ਤੋਂ ਬਾਅਦ, ਅਟੈਕ ਹੋਣ ਤੋਂ ਬਾਅਦ ਹਰੇਕ ਸਿੱਖ ਦਾ ਹਿਰਦਾ ਜਿਹੜਾ ਸੀ ਦੁਖੀ ਸੀ। ਤੋਂ ਸ਼ਹੀਦ ਬੇਅੰਤ ਸਿੰਘ ਵੀ ਉਹਨਾਂ ਮਤਲਬ ਸਿੱਖਾਂ ਵਿੱਚੋਂ ਇੱਕ ਸੀ ਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਨਹੀਂ ਸਹਾਰਿਆ। ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਆਪਣੇ ਆਪ ਵਿੱਚ ਬੜੀ ਦੁਖਦਾਈ ਘਟਨਾ ਸੀ, ਪਰ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਉੱਠੇ। ਇਹਨਾਂ ਦੰਗਿਆਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਜਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਸੈਂਕੜੇ ਨੌਜਵਾਨ ਬੱਚੀਆਂ ਦੀ ਇੱਜ਼ਤ ਲੁੱਟ ਲਈ ਗਈ। ਸਰਕਾਰੀ ਅਨੁਮਾਨ ਅਨੁਸਾਰ ਕੇਵਲ ਦਿੱਲੀ ਵਿੱਚ ਹੀ 2500 ਤੋਂ ਵੱਧ ਔਰਤਾਂ ਵਿਧਵਾ ਹੋ ਗਈਆਂ। ਇਹਨਾਂ ਦੰਗਿਆਂ ਦਾ ਬਹੁਤਾ ਪ੍ਰਕੋਪ ਦਿੱਲੀ ਤੋਂ ਇਲਾਵਾ ਕਾਨਪੁਰ, ਇੰਦੌਰ, ਬੁਖਾਰੋ ਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਬੜਾ ਭਿਆਨਕ ਸੀ। ਸਾਰੇ ਦੇਸ਼ ਵਿੱਚ ਸਿੱਖਾਂ ਦੀ ਅਰਬਾਂ ਰੁਪਏ ਦੀ ਸੰਪत्ति ਤਬਾਹ ਕਰ ਦਿੱਤੀ ਗਈ। ਕੇਵਲ ਦਿੱਲੀ ਵਿੱਚ ਹੀ ਸੈਂਕੜੇ ਗੁਰਦੁਆਰਿਆਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਤੇ ਹਜ਼ਾਰਾਂ ਪਾਵਨ ਪਵਿੱਤਰ ਬੀੜਾਂ ਜਲਾ ਕੇ ਰਾਖ ਕਰ ਦਿੱਤੀਆਂ ਗਈਆਂ। ਦੰਗਾ ਕਰਨ ਵਾਲੇ ਇਹ ਭੁੱਲ ਗਏ ਸਨ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਗ੍ਰੰਥ ਸਮਝ ਕੇ ਸਾੜਿਆ ਜਾ ਰਿਹਾ ਹੈ, ਉਸ ਵਿੱਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਰਾਮਾਨੰਦ ਅਤੇ ਬਾਬਾ ਫਰੀਦ ਦੀ ਵੀ ਬਾਣੀ ਦਰਜ ਹੈ, ਜਿਸ ਨੂੰ ਲੱਖਾਂ ਸਿੱਖ ਹਰ ਰੋਜ਼ ਮੱਥਾ ਟੇਕਦੇ ਤੇ ਸਤਿਕਾਰ ਦਿੰਦੇ ਹਨ। ਗੈਰ ਸਰਕਾਰੀ ਅਨੁਮਾਨ ਅਨੁਸਾਰ ਇਹਨਾਂ ਦੰਗਿਆਂ ਵਿੱਚ 20,000 ਦੇ ਕਰੀਬ ਸਿੱਖ ਮਾਰੇ ਗਏ ਸਨ। ਮੇਰੇ ਪੋਤਰਿਆਂ ਨੂੰ, ਮੇਰੇ ਵਿਚਾਰਿਆਂ ਨੂੰ ਇਸ ਤਰ੍ਹਾਂ ਸ਼ਹੀਦ ਕੀਤੇ ਗਏ ਕਿ ਅਸੀਂ ਉਹਨਾਂ ਦੀ ਕੋਈ ਗੱਲ ਕਰ ਨਹੀਂ ਸਕਦੇ ਵੀ।
ਵਿਚਾਰਿਆਂ ਨੂੰ ਐਸੇ ਉਹਨਾਂ ਨੂੰ ਨਾਲੇ ਦੇ ਵਿੱਚ ਡੋਬ ਕੇ ਸੀਏ ਦੇ ਕੇ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। मेरी कुड़ी का सिर फाड़ देता, फिर लड़की कहने लगी मेरा भाई बचा ले, छोड़ दे, मैनू मार दे, मेरा भाई छड़ दो, मेरी माँ का सारा बन जाएगा। कोई बंगी थे, मुसलमान थे, इस्लाम था, उद्दल था, गुप्ता था, हाँ सारे थे, सारे इस इलाके के थे। जब भाज गए ना तो डप्पा थे, बल्लम उसको ऐसे घोप देते थे तो वो कहते हाय रे मैं मर गया रे, फिर वो हाथ ऊपर करते तो उसको लाठी मार के सिर पे जिंदे को आग लगा गए, मेरे मुंडे को जिन्ने को आग लगाई, जैसे मेरी गोदी में से खिंच के 3 साल के बच्चे मार दिए, 3 साल के 2 में 3 साल के बच्चे वो कैसे बीतेगी उसके दिल पे? शिकल देख कैसी हो रही मेरी मुंडी, कैसे मारा? ऐसे जला दी, आग में से काट के मार के, पहले यहाँ से गर्दन काट के आग में जला दी। 1000-2000 बंदे ने साढ़े हमला कर दिता। हमला करता ਅਸੀਂ ਗੁਰਦੁਆਰਾ ਬਚਾਉਣ ਵਾਸਤੇ ਆਏ ਤੇ ਬੰਦੇ ਦੌੜ ਜਾਂਦੇ, ਫਿਰ ਅਸੀਂ ਛਡਾ ਨਸਾ ਕੇ ਬਜਾ ਕੇ ਆ ਜਾਂਦੇ, ਫਿਰ ਵਾਪਸ ਆ ਜਾਂਦੇ। ਇੰਨੀ ਚਿਰ 2-3 ਘੰਟੇ ਅਸੀਂ ਇਸ ਤਰ੍ਹਾਂ ਹੀ ਕੀਤਾ। ਉਸ ਤੋਂ ਬਾਅਦ ਜੀ ਸਭ ਪੁਲਿਸ ਆ ਗਈ, ਉਹਨਾਂ ਨੇ ਕਿਹਾ ਜੀ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਓ, ਅਸੀਂ ਤੁਹਾਡੀ ਸ਼ਾਂਤੀ ਕਰਾ ਦੇਵਾਂਗੇ। ਅਸੀਂ ਸ਼ਾਂਤੀ ਵਾਸਤੇ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਸ਼ਾਂਤੀ ਤਾਂ ਹੋਈ ਨਹੀਂ, ਬੰਦੇ ਫਿਰ ਆਪਣੇ ਆਪਣੇ ਘਰ ਚਲੇ ਗਏ। ਇੱਕ 2-2 ਬੰਦੇ ਸੀ, ਉਦੋਂ ਫਿਰ ਬੰਦੇ 1-1, 200, 300 ਇੱਕ ਬੰਦੇ ਦੇ ਘਰ ਤੇ ਚੜ ਗਿਆ, ਪੱਥਰਾਂ ਨਾਲ ਮਾਰਿਆ, ਮਿੱਟੀ ਦਾ ਤੇਲ ਸਾੜਿਆ, ਉੱਤੇ ਅੱਗ ਲਾ ਕੇ ਬੰਦੇ ਨੂੰ ਮਾਰ ਕੇ ਸੱਟ ਗਏ। ਅੱਧਾ ਮਰਿਆ ਅੱਧਾ ਨਹੀਂ ਮਰਿਆ, ਪਿਆ ਰਿਹਾ ਜੀ। ਫਿਰ ਇਹ ਗੁਰਦੁਆਰਾ ਸਾਰਾ ਤੋੜ ਦਿੱਤਾ ਪੂਰਾ। ਬਾਬਾ ਸਾਹਿਬ ਦੀ ਪੂਰੀ ਬੇੜੀ ਦੀ ਬੇਇੱਜ਼ਤੀ ਕੀਤੀ। ਸਾਰੀ ਕਲੋਨੀ ਦੇ ਬੰਦੇ ਘੱਟੋ ਨਾ 200-300 ਬੰਦਾ ਸਾਡਾ ਇੱਧਰ ਦਾ ਮਰਿਆ। ਤੁਹਾਡੀ ਲਾਸ਼ਾਂ ਦਾ ਕੀ ਹੋਇਆ? ਲਾਸ਼ਾਂ ਦਾ ਜੀ ਪੁਲਿਸ ਲੈ ਗਈ, ਪਤਾ ਨਹੀਂ ਕਿੱਥੇ ਸਿੱਟੀਆਂ, ਕੋਈ ਪਤਾ ਨਹੀਂ। ਜਿਹੜੇ ਇੱਥੇ ਸੀ 50-100 ਬੰਦੇ ਦੇ ਇੱਥੇ ਸੜ ਗਏ, ਇੱਥੇ ਹੀ ਮਰ ਗਏ, ਇੱਥੇ ਹੀ ਪੈ ਰਹੇ। ਉਹਨਾਂ ਨੂੰ ਕੁੱਤੇ ਬਿੱਲੇ ਖਾ ਗਏ ਵਿਚਾਰਿਆਂ ਨੂੰ, ਕੋਈ ਪਤਾ ਨਹੀਂ। ਦੇਸ਼ ਵਿੱਚ ਸਿੱਖ ਭਾਈਚਾਰੇ ਉੱਪਰ ਇੰਨਾ ਵੱਡਾ ਕਹਿਰ ਟੁੱਟਿਆ, ਪਰ ਦੇਸ਼ ਦਾ ਹੁਕਮਰਾਨ ਇਹ ਕਹਿ ਕੇ ਸਪਸ਼ਟੀਕਰਨ ਦੇ ਰਿਹਾ ਸੀ ਕਿ ਜਦੋਂ ਵੱਡਾ ਦਰਖਤ ਗਿਰਦਾ ਹੈ ਤਾਂ ਧਰਤੀ ਹਿਲਦੀ ਹੀ ਹੈ। ਦੇਸ਼ ਦਾ ਆਮ ਸਿੱਖ ਇਹ ਸੋਚ ਰਿਹਾ ਸੀ ਕਿ ਕੀ ਇਹ ਧਰਤੀ ਸਿਰਫ ਸਿੱਖਾਂ ਵਾਸਤੇ ਹੀ ਹਿਲਣੀ ਸੀ। ये तो हम तो खुलेआम कहते हैं कि जिस देश का प्रधानमंत्री इतने लोगों की हत्या हो और उसके बाद कहे कि साहब बड़ा कोई पेड़ गिरता है तो पत्ता झड़ता ही है, तो ये कोई मतलब है कि कोई सद्भावना के दृष्टिकोण से अच्छा नहीं है। It was very sad that Indira Gandhi was assassinated, very sad, but what followed later was sadder still, much more sadder than, and explanations like a huge tree falling and hence there would be a small shudder around, I think they don't serve much purpose. They do not. And this thing is very, very difficult to erase from the mind. You know, I mean, any society in which the police, the administration, the Prime Minister can justify the killing of 5,000 innocent people, some of them children. Do you know, I mean, because this was not terrorist killings, this was killings by the state. It was pogroms. And you know, I mean, that's what we're paying for now, because you've totally alienated an entire community. ਇਨ੍ਹਾਂ ਸਿੱਖ ਵਿਰੋਧੀ ਦੰਗਿਆਂ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਅਨੇਕ ਸਿੱਖ ਪਰਿਵਾਰਾਂ ਦੀ ਜਾਨ ਬਚਾਈ। मेरे पड़ोस में जो हैं बहुत अच्छे लोग हैं, इसकी वजह से मैं आज जिंदा हूँ, मेरा माल भी सुरक्षित है, मेरे मकान भी सुरक्षित हैं। ये मेरे पड़ोसी हैं बच्चे, इन्होंने मेरी बहुत रक्षा की है, मुझे बिल्कुल कोई तंगी नहीं हुई, ना यहाँ ना वहाँ। ਜਿੱਥੇ ਸਿੱਖ ਵਿਰੋਧੀ ਦੰਗਿਆਂ ਨੇ ਦੇਸ਼ ਵਿੱਚ ਆਤੰਕਵਾਦੀ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਦਿੱਤਾ, ਉੱਥੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਖੁੱਲਮ ਖੁੱਲਾ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਔਰ ਜਿੰਨਾ ਚਿਰ ਤਾਈਂ ਅਸੀਂ ਇਹ ਸਾਰੇ ਹਿੰਦੁਸਤਾਨ ਦੇ ਵਿੱਚੋਂ ਇਹ ਜਿਹੜਾ ਜੇ ਅਸੀਂ ਸਿੱਖ ਕਲਚਰ ਨੂੰ ਬਚਾਉਣਾ, ਸਿੱਖ ਨੇਸ਼ਨ ਨੂੰ ਬਚਾਉਣਾ, ਅਸੀਂ ਨੇਸ਼ਨਹੁੱਡ ਦੀ ਵੱਡੀ ਗੱਲ ਆ, ਇਹ ਉਹ ਤਾਂ ਹੀ ਸੁਰੱਖਿਅਤ ਹੋ ਸਕਦੀ ਆ। ਉਹ ਕੌਮਾਂ ਜਾਣੀਆਂ ਜਾਂਦੀਆਂ ਨੇ ਜਿਨ੍ਹਾਂ ਕੌਮਾਂ ਦੇ ਆਪਣੇ ਮੁਲਕ ਹੁੰਦੇ ਨੇ। ਉਹ ਪੁਰਾਣਾ ਇੱਕ ਅੰਗਰੇਜ਼ੀ ਦਾ ਮੁਹਾਵਰਾ, ਓਨਲੀ ਦੋਜ਼ ਨੇਸ਼ਨਸ ਆਰ ਨੋਨ ਵਿਚ ਹੈਵ ਦੀ ਸਟੇਟਸ ਔਰ ਵਿਚ ਕ੍ਰੀਏਟ ਦੀ ਸਟੇਟਸ। ਇਹਨਾਂ ਹਾਲਾਤ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਬਣਨਾ ਉਹ ਇੱਕ ਖਾਲਸਾ ਨੇਸ਼ਨ ਨੂੰ, ਨੇਸ਼ਨਹੁੱਡ ਨੂੰ ਕਾਇਮ ਰੱਖਣ ਵਾਸਤੇ ਬਹੁਤ ਜ਼ਰੂਰੀ ਸੀ। ਇਹੀ ਆਵਾਜ਼ ਦੇਸ਼ ਦੇ ਕਈ ਨੌਜਵਾਨ ਵੀ ਉਠਾਉਣ ਲੱਗ ਪਏ। ਰਾਜ ਜਿਹੜੀ ਸ਼ਕਤੀ ਆ ਉਹ ਤੋਂ ਬਗੈਰ ਕੋਈ ਕੌਮ ਦੀ, ਕਿਸੇ ਕੌਮ ਦੀ ਹੋਂਦ ਸੁਰੱਖਿਅਤ ਰਹਿ ਨਹੀਂ ਸਕਦੀ
हिंदुस्तान के बनते किसी को इतराज़ नहीं, पाकिस्तान के बनते किसी को इतराज़ नहीं, तो जो खालिस्तान होने जाएगा तो इतराज़ वाली किहड़ी गल है? बाकी कौमां दे राज ने। I think it's an exaggeration to say that one group demands Khalistan. I would go far and say practically no Sikh demands Khalistan. This is a very small lunatic fringe which demands Khalistan. यानी हुन in nutshell जे मैं आर्गूमेंट करा तो मैं ये चाहना कि खालिस्तान दी मूवमेंट गलत है। खालिस्तान दी मूवमेंट लोगों वास्ते भले वास्ते नहीं है, पर उन्होंने तुसी इंज नहीं दबा सकते। इंज दबाओगे तो कोई ना कोई गलत नतीजे निकलेंगे। 1986 ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਹਰ ਪਾਸੇ ਆਸ਼ਾ ਦੀ ਕਿਰਨ ਦਿਖਾਈ ਦਿੱਤੀ ਕਿ ਹੁਣ ਪੰਜਾਬ ਵਿੱਚ ਉਹ ਅਮਨ ਪਰਤ ਆਏਗਾ ਜਿਸ ਦੀ ਉਹਨਾਂ ਨੂੰ ਤਲਾਸ਼ ਹੈ। ਸੰਤ ਲੌਂਗੋਵਾਲ ਨੂੰ ਕਿਸੇ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਸੰਤ ਲੌਂਗੋਵਾਲ ਦੇ ਸ਼ਹੀਦ ਹੋ ਜਾਣ ਮਗਰੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। ਲੋਕਾਂ ਨੂੰ ਇਹ ਡਰ ਸੀ ਕਿ ਇਹਨਾਂ ਚੋਣਾਂ ਦੇ ਦੌਰਾਨ ਬਹੁਤ ਖੂਨ ਖਰਾਬਾ ਹੋਵੇਗਾ, ਪਰ ਅਜਿਹਾ ਕੁਝ ਵੀ ਨਾ ਹੋਇਆ। ਲੋਕ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਚਾਹੁੰਦੇ ਸਨ। ਉਹਨਾਂ ਨੇ ਅਕਾਲੀ ਨੁਮਾਇੰਦਿਆਂ ਨੂੰ ਭਾਰੀ ਗਿਣਤੀ ਵਿੱਚ ਜਿਤਾਇਆ। ਪੰਜਾਬ ਵਿੱਚ ਪਹਿਲੀ ਵਾਰ ਅਕਾਲੀਆਂ ਦੀ ਆਪਣੀ ਸਰਕਾਰ ਬਣੀ। ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਬਰਨਾਲਾ ਸਰਕਾਰ ਦੀ ਸ਼ੁਰੂਆਤ ਚੰਗੀ ਸੀ, ਪਰ ਅਜੇ ਵੀ ਪੰਜਾਬ ਅਤੇ ਕੇਂਦਰ ਵਿੱਚ ਕੁਝ ਅਜਿਹੀਆਂ ਸ਼ਕਤੀਆਂ ਕੰਮ ਕਰ ਰਹੀਆਂ ਸਨ ਜਿਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਕਿ ਪੰਜਾਬ ਵਿੱਚ ਅਕਾਲੀ ਪਾਰਟੀ ਦੀ ਹਕੂਮਤ ਬਣੀ ਰਹੇ। ਭਾਵੇਂ ਕਿੰਨੀ ਬਹੁਤ ਸੰਮਤੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ, ਬੜੀ ਵੱਡੀ ਤਾਕਤ ਦਿੱਤੀ। 117 ਚੋਂ 73 ਅਕਾਲੀ ਦਲ ਦੇ ਐਮਐਲਏ ਜਿਤਾਏ, 4 ਸਾਡੀ ਮਦਦ ਨਾਲ ਜਿੱਤੇ, ਕੁੱਲ 77 ਹੋ ਗਏ। ਪਰ 77 ਹੋਣ ਦੇ ਬਾਵਜੂਦ ਜੋ ਤਾਕਤ ਦਿੱਲੀ ਕੋਲੇ ਹੈ, ਉਹ ਆਪਣੀ ਤਾਕਤ ਦੀ ਗਲਤ ਵਰਤੋਂ ਕਰਕੇ ਸਾਡਾ ਜਿਹੜਾ ਰਾਜ ਭਾਗ ਹੈ ਉਹਨੂੰ ਚੱਲਣ ਨਹੀਂ ਦੇ ਰਹੀ। ਇੱਕ ਪਾਸੇ ਪੰਜਾਬ ਵਿੱਚ ਹਰ ਰੋਜ਼ ਹੋਣ ਵਾਲੇ ਕਤਲਾਂ ਵਿੱਚ ਕਮੀ ਨਹੀਂ ਸੀ ਆਈ, ਤੇ ਦੂਜੇ ਪਾਸੇ ਕੇਂਦਰ ਦੀ ਕਾਂਗਰਸ ਸਰਕਾਰ ਨੇ ਸੁਰਜੀਤ ਸਿੰਘ ਬਰਨਾਲਾ ਤੇ ਇਹ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਆਤੰਕਵਾਦੀਆਂ ਨਾਲ ਸਖਤੀ ਨਾਲ ਪੇਸ਼ ਨਹੀਂ ਆ ਰਿਹਾ। ਇਹ ਗੱਲ ਕਦੀ ਵੀ ਨਿਸ਼ਚੈ ਨਾਲ ਨਹੀਂ ਕਹੀ ਜਾ ਸਕੇਗੀ ਕਿ ਪੰਜਾਬ ਵਿੱਚ ਹੋਣ ਵਾਲੇ ਇਹਨਾਂ ਕਤਲਾਂ ਦੇ ਪਿੱਛੇ ਕੌਣ ਸੀ। ਇਹ ਕਤਲ ਆਤੰਕਵਾਦੀਆਂ ਦੇ ਹੱਥੋਂ ਹੋ ਰਹੇ ਸਨ ਜਾਂ ਰਾਜਨੀਤੀ ਦੀ ਕੋਝੀ ਖੇਡ ਖੇਡ ਰਹੇ ਰਾਜਸੀ ਨੇਤਾ ਆਪ ਹੀ ਕਰਵਾ ਰਹੇ ਸਨ। आफ्टर ऑल ये सारे SSP और DIG या इन्होंने सब कुछ पता है, और सिर्फ पता है तो सानू नहीं पता, पंजाब के लोगों को नहीं पता कि की खेडां ने। इन्हां दिनां विच एक होर मंदभागी घटना घटी। सेंटर दे कहण ते बरनाला सरकार नूं दरबार साहिब कंपलैक्स विच वध रहे खाड़कू नौजवानां दे दबाव नूं घटाण ते उन्हां नूं उत्थों बाहर कढण लई पुलिस कार्रवाई करनी पई। I think it's the 1st of May, because it's May Day holiday in Punjab, when a few terrorists were turned out of the temple, a very minor operation. And a section of the Akali Dal, led by Mr. Badal, said that it was another Blue Star, and that Mr. Bannala himself has done this, and therefore action should be taken against him, and so on and so forth. You know the history. The Akali split. Mr. Bannala and Mr. Badal left the Akali party. Mr. Amarinder Singh resigned. Mr. Sukhjinder Singh resigned. So the party was completely split, and things became bad to us thereafter. ਹੁਣ ਸੁਰਜੀਤ ਸਿੰਘ ਬਰਨਾਲਾ ਦਿੱਲੀ ਦੀ ਸਰਕਾਰ ਦੇ ਰਹਿਮ ਤੇ ਸੀ। I think that Barnala's main reason for not having been able to pull anything off was because he was seen throughout as a puppet of Delhi. He had no political base. That accord was a slightly flawed accord because they didn't get the whole Akali party in. The Akali party was already losing a lot of its base.
But also I think that the Akali leaders are to be blamed. You know, and I mean specifically Prakash Singh Badal and Toda and people like that. बरनाला सरकार ने केंद्र ते जोर पाया कि ਉਹ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਲਾਗੂ ਕਰਕੇ ਪੰਜਾਬ ਵਿੱਚ ਉਸ ਦੀ ਸਥਿਤੀ ਨੂੰ ਮਜ਼ਬੂਤ ਕਰਨ। ਕੇਂਦਰ ਨੇ ਚੰਡੀਗੜ੍ਹ ਤੇ ਕੁਝ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਲਈ 26 ਜਨਵਰੀ ਦਾ ਦਿਨ ਨਿਸ਼ਚਿਤ ਕੀਤਾ। ਹਰ ਪਾਸੇ ਇੱਕ ਵਾਰ ਫਿਰ ਇਹ ਆਸ ਬਚ ਗਈ ਕਿ ਹੁਣ ਪੰਜਾਬ ਵਿੱਚ ਹਾਲਾਤ ਸੁਖਾਵੇਂ ਹੋ ਜਾਣਗੇ। 26 जनवरी भी आई ते लंघ गई। केंद्र सरकार एक बार फिर अपने वादे तो मुकर गई। In January 26th of 1986 was supposed to be the date when Chandigarh was to be handed over to Punjab. There are many people who perceive that if you had resigned on that day when they did not implement the promise, maybe your standing within the Sikh community plus your political base would have been much stronger today. What do you think about that? It's only a thinking on their part because they don't know the whole story. It's a fairly complicated and long story, and mere resigning wouldn't have done anything. These very people who are now accusing me for not resigning would have said, why has he resigned? When he was given 5 years term, he should have completed. ਇਸ ਤੋਂ ਬਾਅਦ ਬਰਨਾਲਾ ਦੀ ਪੋਜੀਸ਼ਨ ਬੇਹੱਦ ਕਮਜ਼ੋਰ ਹੋ ਗਈ। ਪੰਜਾਬ ਵਿੱਚ ਖਾੜਕੂ ਨੌਜਵਾਨਾਂ ਦਾ ਜ਼ੋਰ ਵੱਧ ਗਿਆ। ਕੇਂਦਰ ਨੇ ਬਰਨਾਲਾ ਸਰਕਾਰ ਉੱਤੇ ਪੰਜਾਬ ਵਿੱਚ ਅਮਨ ਕਾਇਮ ਨਾ ਰੱਖ ਸਕਣ ਦਾ ਦੋਸ਼ ਲਗਾ ਕੇ ਉਸ ਨੂੰ ਬਰਖਾਸਤ ਕਰ ਦਿੱਤਾ। So we had to act, and the killings also went up. Of course, it went up further later on, but in May 1986 it went up to 76 from about 54 in January. So presidential rule had to be imposed. You know, I don't have a very high opinion of the last government's political sagacity, and I think they were just unwise to dismiss him when they did. It's true there was, you know, that the violence was increasing, but it would have been much better to let him handle it because he was a buffer between them. He was a buffer between Delhi and the militants and the alienated Sikhs. और जब प्रेसिडेंट रूल चालू किया उसी दिन हम बोले थे ये बुरी स्टेप है, दिस बैड स्टेप और इससे हालत और खराब होगी। ਕਈ ਲੋਕਾਂ ਦਾ ਇਹ ਖਿਆਲ ਸੀ ਕਿ ਜੇ ਕੇਂਦਰ ਸਰਕਾਰ 26 ਜਨਵਰੀ ਨੂੰ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇ ਦਿੰਦੀ ਤਾਂ ਸ਼ਾਇਦ ਪੰਜਾਬ ਦਾ ਇਹ ਦੁਖਾਂਤ ਉਦੋਂ ਹੀ ਮੁੱਕ ਜਾਂਦਾ। असल में ये कार्ड पहले तो वो बड़े गलत तरीके से चला और उसमें गलत वर्डिंग्स में वो उसका ड्राफ्टिंग गलत हुआ, फिर उसको लागू करने में सरकार की तरफ से धींगा मस्ती हुई। इसी से तो गुस्सा फैला लड़कों में कि भाई तुम तो समझौता करते हो, उसका भी पालन नहीं करते हो, ऑनर नहीं करते हो। इसलिए सरकार को यह कार्ड लागू करना ही चाहिए था। राष्ट्रपति राज ਦੇ ਦੌਰਾਨ ਰੇ ਤੇ ਰੋਬੈਰੋ ਨੇ ਪੰਜਾਬ ਵਿੱਚ ਸਖਤੀ ਨਾਲ ਅਮਨ ਬਹਾਲ ਕਰਨ ਦਾ ਦ੍ਰਿੜ ਨਿਸ਼ਚੈ ਕਰ ਲਿਆ। ਦੇਸ਼ ਦੀਆਂ ਕਈ ਅਖਬਾਰਾਂ ਨੇ ਰੋਬੈਰੋ ਦੀ ਇਸ ਨੀਤੀ ਨੂੰ ਬੁਲੇਟ ਫਾਰ ਬੁਲੇਟ ਦਾ ਨਾਂ ਦਿੱਤਾ। देखिए, ये तो बिल्कुल लोगों का गलत सोचना है। क्यों आपके मीडिया जो है वो हमेशा एक सेंसेशनल स्लोगन्स कॉइन करना चाहते हैं, जैसे बुलेट फॉर बुलेट। मैं बुलेट फॉर बुलेट कभी ऐसे शब्द वापरा होगा तो इस्तेमाल किया होगा तो मुझे क्या कहना था। हमारे 7 जवान जलंधर कोर्ट में 31 मार्च 3 दिन में आने के बाद वो आतंकवादी ने मारा है जलंधर कोर्ट कंपाउंड में। तो मीडिया लोग मेरे पास आए, आप क्या करने वाले? मैंने बोला है कि हम तो उसके सामना करेंगे, हमारे लोग ऐसे मरेंगे नहीं इनके बाद। ये इनको मैं सिखाऊंगा कैसे वो बुलेट वो चलाया तो हम भी बुलेट चलाना पड़ेगा, क्यों ये कानून में है, ऐसा नहीं कि कानून के बाहर है। If any terrorist thinks that he can use a bullet against a policeman and kill him, well, the police in defense will also use a bullet. And the headline that came was a brilliant invention
by whosoever had thought of the headline. It was not, as Mr. Ribeiro has said again and again, his language. He had never said, I shall have a bullet for bullet policy. What he had said was, if you kill policemen, don't expect that the policeman will die without trying to defend himself with bullets if necessary. I don't see how it was wrong. Initially, there was this feeling that here are these upright men and they'll manage to soothe out the wrinkles, iron out the wrinkles. But no, that didn't happen, because very soon one started hearing about fake encounters. It was the wrong policy. By bullet for bullet policy, you can't solve the problem like that in Punjab. It went wrong and the results were bad. ਜਿੱਥੇ ਪੰਜਾਬ ਵਿੱਚ ਦਹਿਸ਼ਤਗਰਦਾਂ ਹੱਥੋਂ ਮਰਨ ਵਾਲੇ ਲੋਕਾਂ ਦੀ ਸੰਖਿਆ ਵਿੱਚ ਕੋਈ ਫਰਕ ਨਹੀਂ ਸੀ ਪਿਆ, ਉੱਥੇ ਰਾਜ ਪੁਲਿਸ ਹੱਥੋਂ ਮਰਨ ਵਾਲੇ ਨੌਜਵਾਨਾਂ ਦੀ ਸੰਖਿਆ ਵੱਧਦੀ ਜਾ ਰਹੀ ਸੀ। ਸਾਨੂੰ ਪੁਲਿਸ ਨੇ ਬਹੁਤ ਤੰਗੀਆਂ ਦਿੱਤੀਆਂ। ਪਰਿਵਾਰ ਮੇਰਾ, ਉਹਦੀ ਲੜਕੀ, ਉਹਦੇ ਘਰੋਂ ਮੇਰੀ ਲੜਕੀ, ਸਾਰਿਆਂ ਨੂੰ ਸਾਨੂੰ ਪੁਲਿਸ ਨੇ ਲੈ ਜਾਣਾ। ਫਿਰ ਉਸ ਤੋਂ ਬਾਅਦ ਫਿਰ ਸਾਨੂੰ ਸਜ਼ਾ ਦੇਣ ਲੱਗ ਪਏ। ਇਹਨਾਂ ਨੂੰ ਕਿਸ ਕਿਸਮ ਦੀ ਸਜ਼ਾ ਲਈ? ਇਦਾਂ ਦਿੰਦੇ ਰਹੇ ਭਾਜੀ ਸਾਨੂੰ ਸਜ਼ਾ। ਇਹ ਸਰਦਾਰ ਜੀ ਨੂੰ ਖੜ ਕੇ ਤਾਂ ਉਹਨਾਂ ਨੇ ਟੰਗਣਾ, ਟੰਗ ਕੇ ਤੇ ਫਿਰ ਉਹਨਾਂ ਨੇ ਕੁੱਟ ਮਾਰ ਕੇ ਟੰਗ ਦੇਣਾ। ਫਿਰ ਇਹਨਾਂ ਨੂੰ ਪੁੱਛਣਾ ਬਈ ਤੂੰ ਦੱਸ, ਇਹਨ ਕਹਿਣਾ ਮੈਨੂੰ ਕੋਈ ਪਤਾ ਨਹੀਂਗਾ। ਤੇ ਇਹਨਾਂ ਨੇ ਲੱਤਾਂ ਲੁੱਤਾਂ ਵੀ ਉਹਨਾਂ ਨੇ ਘੋਟਣੇ ਰੱਖ ਕੇ ਭੰਨਣੀਆਂ ਮਰੋੜ ਮਰੋੜ ਕੇ, ਤੇ ਜਾਣੀ ਦਾ ਹਾਲਤ ਇਹਨਾਂ ਦੀ ਕੁੱਟ ਮਾਰ ਕੇ ਸਿੱਟ ਕੇ ਤੇ ਫਿਰ ਇਹਨਾਂ ਨੂੰ ਟੰਗ ਦੇਣਾ। ਫਿਰ ਲੱਤਾਂ ਨੂੰ ਜੂੜ ਪਾ ਕੇ ਉੱਤੇ ਖੜੇ ਹੋ ਜਾਣਾ, ਖਿੱਚ ਦੇਣਾ ਇਹਨਾਂ ਦਾ ਸਰੀਰ। ਜਦ ਬਵਸੀ ਹੋ ਜਾਣੀ ਤੇ ਇੱਥੇ ਠੁੱਡਾਂ ਠਾਡਾਂ ਮਾਰਨੀਆਂ, ਨਾ ਇਹਨਾਂ ਤੋਂ ਬੋਲ ਹੋਣਾ, ਤੇ ਫਿਰ ਇਹਨਾਂ ਨੂੰ ਲਾ ਕੇ ਸਿੱਟ ਦੇਣਾ। ਜਦ ਤੁਹਾਡੇ ਕੋਲ ਕੋਈ ਜਵਾਬ ਹੀ ਨਹੀਂ ਸੀਗਾ ਤਾਂ ਫਿਰ ਉਹ ਕਿਉਂ ਇਹ ਕੰਮ ਕਰਦੇ ਰਹੇ? ਉਹ ਤਾਂ ਹੁਣ ਸਾਡਾ ਜ਼ੋਰ ਕੀ ਸੀ, ਉਹਨਾਂ ਦੇ ਕਾੜੀ ਕੋਈ ਜ਼ੋਰ ਨਹੀਂ ਸੀ ਸਾਡਾ। ਪੰਜਾਬ ਦੇ ਲੋਕਾਂ ਦਾ ਇਹ ਕਹਿਣਾ ਸੀ ਕਿ ਪੰਜਾਬ ਪੁਲਿਸ ਝੂਠੇ ਮੁਕਾਬਲੇ ਵਿਖਾ ਕੇ ਨੌਜਵਾਨਾਂ ਦੀ ਅਲਖ ਮੁਕਾਉਣ ਵਿੱਚ ਲੱਗੀ ਹੋਈ ਹੈ। ਇਹਨਾਂ ਦੇ ਜਿਹੜੇ ਜਿਹਨੂੰ ਦੇ ਸੋ ਕਾਲਡ ਐਨਕਾਊਂਟਰਸ ਨੇ, ਇਹ ਤਾਂ ਹੁਣ ਪੰਜਾਬ ਦਾ ਬੱਚਾ ਜਾਣਦਾ ਹੈ ਕਿ ਇਹਦੇ ਵਿੱਚੋਂ 100 ਐਨਕਾਊਂਟਰਸ ਦੇ ਵਿੱਚੋਂ ਜਿਹੜੇ 90 ਨੇ ਉਹ ਬਿਲਕੁਲ ਝੂਠੇ ਨੇ। ਇਹਨਾਂ ਨੇ ਬੰਦੇ ਰੱਖੇ ਹੁੰਦੇ ਨੇ, ਪਕੜੇ ਹੁੰਦੇ ਨੇ ਪਹਿਲੇ, ਜਦੋਂ ਆਪਣੀਆਂ ਲਿਸਟਾਂ ਬਣਾਈਆਂ ਨੇ ਖਤਮ ਕਰਨ ਦੇ ਵਾਸਤੇ। ਹੁਣ ਇਹ ਹੈ ਤੇ ਸਹੀ ਠੀਕ ਕਿ ਕੋਰਟ ਉਹਨਾਂ ਨੂੰ ਕੁਝ ਨਹੀਂ ਕਰ ਸਕਦਾ। ਮਰਡਰਸ ਵੀ ਹੈਗੇ ਨੇ, ਉਹ ਮਰਡਰ ਉਹ ਵੀ ਕਰਦੇ ਨੇ, ਪੋਲੀਟੀਕਲ ਮਰਡਰਸ ਵੀ ਕਰਦੇ ਨੇ, ਦੂਸਰੇ ਵੀ ਲੁੱਟ ਖੋਹ ਵੀ ਕਰਦੇ ਨੇ, ਸਾਰਾ ਕੁਝ ਹੈ। ਪਰ ਇਸ ਮਸਲੇ ਨੂੰ ਅਗਰ ਸਟੇਟ ਵੀ ਉਸੇ ਹੀ ਲੈਵਲ ਤੇ ਆਣ ਕੇ ਹੱਲ ਕਰਨਾ ਸ਼ੁਰੂ ਕਰ ਦੇਵੇ ਜਿਸ ਲੈਵਲ ਤੇ ਉਹ ਕਰਨਾ ਚਾਹੁੰਦੇ ਨੇ ਐਕਸਟ੍ਰੀਮਿਸਟ, ਤੇ ਸਟੇਟ ਆਪਣੇ ਸਾਰੇ ਉਸੇ ਤਰ੍ਹਾਂ ਹੀ ਯਾਨੀ ਲਾਲਚਨੈਸ ਲੈਵੇ ਬੇਸ਼ਰਮੀ ਦੇ ਨਾਲ ਕਿ ਇਹ ਬੰਦੇ ਹੁਣ ਤੇ ਅਸੀਂ ਕਚਹਿਰੀਆਂ ਦੇ ਵਿੱਚ ਇਹਨਾਂ ਨੂੰ ਕੁਝ ਕਰ ਨਹੀਂ ਸਕਦੇ, ਇਹਨਾਂ ਨੂੰ ਇੰਝ ਹੀ ਖਤਮ ਕਰੀਏ, ਤਾਂ ਫਿਰ ਇਹਦੇ ਕਾਊਂਟਰ ਪ੍ਰੋਡਕਟ ਹੋਣਾ ਹੀ ਹੈ। And Ribeiro, despite his explanations, could not convince the people. Later, when KPS Gill was brought in his place, there was no change in either policy or execution. ਬੱਚਿਆਂ ਨੂੰ ਮਾਰਨਾ, ਬਦੋਸ਼ੀਆਂ ਨੂੰ ਮਾਰਨਾ ਮੂਵਮੈਂਟ ਦਾ ਸਰੋਕਾਰ ਨਹੀਂ। ਮੂਵਮੈਂਟ ਤਾਂ ਬੜੀ ਆਈਡੀਅਲ ਇਮੇਜ ਲੈ ਕੇ ਚੱਲਣਾ ਚਾਹੁੰਦੀ ਆ, ਉਹ ਚੱਲਦੀ ਆ। ਸਰਕਾਰ ਇਨਫਿਲਟਰੇਟ ਕਰਕੇ ਗਲਤ ਕੰਮ ਕਰਾਉਂਦੀ ਆ। ਗੋਬਿੰਦ ਰਾਮ ਦੇ ਆਪਣੇ ਕੈਡਸ ਨੇ, ਆਲਮ ਦੀ ਆਪਣੀ ਸੈਨਾ ਔਰ ਹੋਰ ਪੁਲਿਸ ਅਫਸਰਾਂ ਦੇ, KPS ਗਿੱਲ ਵਰਗਿਆਂ ਨੇ ਆਪੋ ਆਪਣੇ ਬ੍ਰਿਗੇਡ ਬਣਾਏ ਨੇ, ਗੈਂਗ ਬਣਾਏ ਨੇ, ਆਰਮਡ ਮਲੀਸ਼ੀਆ ਉਹਨਾਂ ਦਾ, ਜਿਹੜੇ ਆਪਰੇਟ ਕਰਦੇ ਨੇ, ਲੋਕਾਂ ਨੂੰ ਐਕਸਟੋਰਸ਼ਨਸ ਕਰਦੇ ਨੇ, ਰੇਪ ਕਰਦੇ ਨੇ, ਉਹ ਸਾਰਾ ਕੁਝ ਕਰ ਰਹੇ ਨੇ। ਸਿੱਖ ਕਦਾਚਿਤ ਇਹ ਕੰਮ ਨਹੀਂ ਕਰਦੇ। The vigilante groups were set up by Rajiv Gandhi and Shri Bhutta, the Home Minister of India, and through Ribeiro. And Ribeiro admitted that these black cats, the vigilante groups, were operating in the Punjab, and he also confessed that one of the groups was called Alam Sena, named after one of the senior DIGs of the state. Then he also confessed that there was another Sena, Virk Sena, operating under the name of another DIG of the CRPF. People have got the right to know ਕਿ ਬਲੈਕ ਕੈਟ ਫਿਨੋਮਨਾ ਕਿੱਥੋਂ ਸ਼ੁਰੂ ਹੋਇਆ ਸੀ, ਕਿਹੜੀ ਇੰਟੈਲੀਜੈਂਸ ਏਜੰਸੀ ਨੇ ਸ਼ੁਰੂ ਕੀਤਾ ਸੀ। ਇਹ ਤਾਂ ਫੈਕਟ ਹੈ ਨਾ ਕਿ ਮੰਨਿਆ, ਰਿਬੇਰੋ ਵੀ ਮੰਨਿਆ, KPS ਗਿੱਲ ਵੀ ਮੰਨਿਆ, ਔਰ ਇਹਨਾਂ ਦੇ SSP DIG ਸਾਰੇ ਮੰਨੇ ਨੇ ਕਿ ਬਲੈਕ ਕੈਟਸ ਅਸੀਂ ਦਿੱਤੇ ਨੇ, ਛੱਡੇ ਨੇ। ਇਹ ਕਿਹਦਾ ਆਈਡੀਆ ਸੀ ਔਰ ਉਹ ਆਇਆ ਹੁਣ ਕੰਮ ਪੇ ਕਰਦੇ ਨੇ ਕਿ ਨਹੀਂ ਪੇ ਕਰਦੇ?
लोगों को इन डार्क रख के ते फिर लोगों को एक्सपैक्ट करते हैं कि वो कौम वास्ते देश वास्ते उन्होंने सरमन से दें. You see, we do not have any hit squads. It could be one's own individual perception, but we do not have any. It's very clear. ਸਰਕਾਰ ਵੱਲੋਂ ਹੋ ਰਹੀਆਂ ਇਹਨਾਂ ਬੇਇਨਸਾਫੀਆਂ ਕਾਰਨ ਸਿੱਖ ਨੌਜਵਾਨ ਦੇਸ਼ ਦੀ ਮੁੱਖ ਧਾਰਾ ਤੋਂ ਟੁੱਟ ਰਹੇ ਸਨ ਤੇ ਉਹਨਾਂ ਦੇ ਮਨਾਂ ਨੂੰ ਸ਼ਾਂਤ ਕਰਨ ਦੀ ਬਜਾਏ ਸਰਕਾਰ ਚੁੱਪੀ ਸਾਧੀ ਬੈਠੀ ਸੀ. 1999 ਵਿੱਚ ਦੇਸ਼ ਵਿੱਚ ਆਮ ਚੁਣਾਵ ਹੋਏ. ਇਹਨਾਂ ਚੁਣਾਵਾਂ ਵਿੱਚ ਰਾਜੀਵ ਸਰਕਾਰ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ. ਜਿੱਥੇ ਦਿੱਲੀ ਵਿੱਚ ਸਾਂਝੇ ਮੋਰਚੇ ਦੇ ਉਮੀਦਵਾਰ ਸਫਲ ਹੋਏ, ਉੱਥੇ ਪੰਜਾਬ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਧੜੇ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ. ਸ਼ਹਾਦਤ ਪਾ ਗਏ ਇਹ ਖਬਰ ਰੇਡੀਓ ਵਿੱਚ ਸੁਣਦੇ ਸਾਰ ਹੀ 10 ਪਿੰਡ ਰੋਡੇ ਪੁੱਜਿਆ. ਤੁਸੀਂ ਕਦ ਸੋਚਿਆ ਜੀ ਸਿਆਸਤ ਦੀ ਦੁਨੀਆ 'ਚ ਆਉਣ ਲਈ? ਮੈਂ ਤੇ ਨਹੀਂ ਸੀ ਸੋਚਿਆ. ਮੇਰੇ ਹਸਬੈਂਡ ਦੀ ਸ਼ਹਾਦਤ ਤੋਂ ਬਾਅਦ ਮਤਲਬ ਕੌਮ ਨੇ ਅੱਗੇ ਲਿਆਂਦਾ ਕਿ ਤੁਸੀਂ ਵੀ ਮਤਲਬ ਪੰਥ ਦੀ ਸੇਵਾ ਕਰੋ ਤੇ ਅਸੀਂ ਕੌਮ ਦਾ ਹੁਕਮ ਮੰਨਦੇ ਹੋਏ ਆ ਗਏ ਪੰਥ ਦੀ ਸੇਵਾ ਕਰਨ ਵਾਸਤੇ. ਸਾਂਝੇ ਮੋਰਚੇ ਦੇ ਸਾਂਸਦਾਂ ਦੇ ਸਨਮਾਨ ਵਿੱਚ ਥਾਂ-ਥਾਂ ਤੇ ਸਮਾਗਮ ਕੀਤੇ ਗਏ. ਇਹਨਾਂ ਸਵਾਗਤੀ ਸਮਾਗਮਾਂ ਵਿੱਚ ਬੋਲਦਿਆਂ ਇਹਨਾਂ ਸਾਂਸਦਾਂ ਨੇ ਜਿੱਥੇ ਸਮੁੱਚੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ, ਉੱਥੇ ਨਾਲ ਹੀ ਇਹ ਵੀ ਯਕੀਨ ਦਿਵਾਇਆ ਕਿ ਉਹ ਜਲਦੀ ਹੀ ਪੰਜਾਬ ਦੇ ਮਸਲੇ ਨੂੰ ਹੱਲ ਕਰਕੇ ਪੰਜਾਬ ਵਿੱਚ ਸਥਾਈ ਅਮਨ ਕਾਇਮ ਕਰਨਗੇ. और मैंने कहने कोई शक नहीं कि साड़ी जड़ी जीत है, अगर सिख कम्युनिटी पूरी तरह नाल साथ नहीं देंदी तो जो आज रिजल्ट है वो ये रिजल्ट नहीं सी होना. जैसे भाई तारीफ सिंह जी ने अभी कहा, वास्तव में 1984 के दंगे कभी याद आते हैं तो रोंगटे खड़े हो जाते. जिस सरकार ने उन अपराधियों को क्षमा करने की कोशिश की थी, उनको फिर दान देने की कोशिश की थी, 84 के दंगों में अपराधियों को सजा मिले, इसके लिए मैं हर वक्त आवाज उठाता रहूं. और मेरा जिन्नी पब्लिसिटी और जो कुछ भी मैं किया दो स्लोगन से सी, एक गिव पीस ए चांस टू पंजाब और दूसरा पंजाबी एकता. तीजी गल चुकी नहीं. ਸਾਂਝੇ ਮੋਰਚੇ ਦੇ ਇਹਨਾਂ ਇਕਰਾਰਾਂ ਨੇ ਧੁੰਦਲੀ ਪੈ ਚੁੱਕੀ ਆਸ ਨੂੰ ਇੱਕ ਵਾਰ ਫਿਰ ਜਿਉਣ ਜੋਗਾ ਬਣਾ ਦਿੱਤਾ. ਪੰਜਾਬ ਦੇ ਲੋਕ ਇੱਕ ਵਾਰ ਫਿਰ ਉਸ ਰੋਸ਼ਨੀ ਵੱਲ ਤੱਕਣ ਲੱਗ ਪਏ ਜਿਸ ਦੇ ਉਜਾਲੇ ਵਿੱਚ ਖੂਨ ਦੇ ਛਿੱਟੇ ਮਿਟ ਜਾਣ ਦੀ ਆਸ ਬਣ ਗਈ ਸੀ. ਪ੍ਰਧਾਨ ਮੰਤਰੀ ਬਣਦਿਆਂ ਹੀ ਸ਼੍ਰੀ VP ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਗਏ. This is your first visit after you became Prime Minister. What is the significance of this visit, Mr. Prime Minister? I came here to the Golden Temple to seek blessings and to pray for peace and prosperity of people of Punjab. Why only Punjab? Why Amritsar first? Because here the healing touch is needed most. So your visit essentially is for the healing touch of burning Punjab. I think the approach has to be human. Without a human approach, I see no solution of Punjab. What response did you find here? You see it around. People have come out with open hearts. That's why I have abundant security going about in open jeep, because my greatest security is the trust of the people of Punjab. And if I cannot earn it, there will be no solution. ਜੇ ਇੱਕ ਪਾਸੇ ਇਹ ਆਸ ਸੀ ਕਿ ਹੁਣ ਪੰਜਾਬ ਦਾ ਗੁਆਚਿਆ ਅਮਨ ਤੇ ਖੁਸ਼ਹਾਲੀ ਫਿਰ ਪਰਤ ਆਵੇਗੀ, ਤਾਂ ਦੂਜੇ ਪਾਸੇ ਕਈ ਸਿਆਸੀ ਨੇਤਾਵਾਂ ਦਾ ਇਹ ਖਿਆਲ ਸੀ ਕਿ ਸਾਂਝੇ ਮੋਰਚੇ ਦੀ VP ਸਰਕਾਰ ਵੀ ਕੋਈ ਵਿਸ਼ੇਸ਼ ਉਸਾਰੂ ਕਦਮ ਨਹੀਂ ਚੁੱਕ ਪਾਏਗੀ. ਵਰਤਮਾਨ ਹਿੰਦ ਸਰਕਾਰ ਘੜੀ ਮੁੜੀ ਆਖਦੀ ਹੈ ਕਿ ਉਸ ਨੂੰ ਸਮਾਂ ਦਿੱਤਾ ਜਾਵੇ, ਉਹ ਪੰਜਾਬ ਦਾ ਮਸਲਾ ਹੱਲ ਕਰ ਦੇਣਗੇ. ਕੀ ਤੁਸੀਂ ਸਮਾਂ ਦੇਣ ਦੇ ਹੱਕ 'ਚ ਹੋ? ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸਮਾਂ ਕਾਫੀ ਦਿੱਤਾ ਗਿਆ ਹੈ
ਉਹਨਾਂ ਕੋਲ ਸਮਾਂ ਜਿੰਨਾ ਮਿਲ ਚੁੱਕਾ ਉਹਨਾਂ ਨੂੰ ਜੇ ਅਗਰ ਇੰਨੇ ਸਮੇਂ ਵਿੱਚ ਕੋਈ ਫੈਸਲਾ ਨਹੀਂ ਕਰ ਸਕੇ तो मेरा ख्याल है आने वाले टाइम जो फैसला नहीं कर सकेंगे. Well, the Indian state doesn't want to sort of solve the problem. That I'm quite sure about. ਜਿਵੇਂ ਕਿ ਕਈ ਰਾਜਸੀ ਨੇਤਾਵਾਂ ਨੇ ਕਿਆਸਿਆ ਸੀ, ਉਹੀ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਹੈ. ਸਾਂਝੇ ਮੋਰਚੇ ਦੀ ਸਰਕਾਰ ਨੂੰ ਕੇਂਦਰ ਵਿੱਚ ਆਇਆ ਕਰੀਬ 1 ਸਾਲ ਹੋ ਗਿਆ ਹੈ, ਪਰ ਪੰਜਾਬ ਵਿੱਚ ਅਜੇ ਵੀ ਰਾਸ਼ਟਰਪਤੀ ਰਾਜ ਜਾਰੀ ਹੈ. ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਰਾਸ਼ਟਰਪਤੀ ਰਾਜ ਦੇ ਮੁੜ ਲਾਗੂ ਕਰਨ ਦੇ ਰੋਸ ਵਜੋਂ ਆਪਣੀ ਲੋਕ ਸਭਾ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ. ਉਹਨਾਂ ਕੇਂਦਰ ਦੀ ਇਸ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਕਿਹਾ ਹੈ. अब इस बार भी हमारी नीयत बिल्कुल साफ है. प्रधानमंत्री ने हम व्यक्तिगत रूप से हम लोग ये एक्सटेंशन के पक्ष में नहीं थे. क्या लोग ये पंजाब के महसूस नहीं करेंगे कि हमें केंद्र सरकार इंसाफ नहीं देना चाहती या हमें संवैधानिक ढांचे में वो चलने नहीं देना चाहती? उसमें प्रधानमंत्री ने पार्लियामेंट में कहा कि हमारा जीवन का, उन्होंने कहा कि गलतियां छोटी बड़ी होती हैं, लेकिन उन्होंने कहा कि जो जीवन का हमारा सबसे बड़ा जो गलती, सबसे बड़ी गलती हुई, वो सबसे बड़ी गलती ये हुई कि हमने पंजाब में शुरू में ही चुनाव नहीं करवाया और उसके लिए उन्होंने अपने को कहा कि दोषी हैं. 1984 ਵਿੱਚ ਦੰਗਾ ਕਰਨ ਵਾਲੇ ਲੋਕ ਅਜੇ ਤੱਕ ਉਂਝ ਦੇ ਉਂਝ ਹੀ ਦਿੱਲੀ ਦੀਆਂ ਸੜਕਾਂ ਤੇ ਦੰਦਨਾਉਂਦੇ ਫਿਰ ਰਹੇ ਹਨ. यहाँ एक कांग्रेस के नेता हैं दिल्ली में, उस समय वो यहाँ एमपी थे, लोकसभा के मेंबर सज्जन कुमार. उसके नाम पर वो सरकारी कमेटी ने कहा है अपने रिपोर्ट में कि हमारे पास सबूत है कि ये सज्जन, और भी लोग हो सकते हैं, लेकिन पहले एक सज्जन कुमार को उन्होंने साफ साफ कहा है कि उसने खुद लोगों को भड़काया, उनको रुपया दिया, उनको शराब पिलाया ताकि वो जाके बेकसूर सिखों के ऊपर हमला करे और ये सज्जन कुमार के नाम पर फौरन मुकदमा चलाया जाए और उसको सजा दिया जाए. लिखा है, कहा है, लेकिन आज तक वो सज्जन कुमार साहब इधर घूम रहे हैं बड़े मजे में. ਵਿਧਵਾ ਔਰਤਾਂ ਤੇ ਧਰਮੀ ਫੌਜੀਆਂ ਦੇ ਮਸਲੇ ਪਹਿਲਾਂ ਵਾਂਗ ਹੀ ਲਟਕ ਰਹੇ ਹਨ. जिस हद तक मैं समझता हूं कि जो धर्मी भावना की वजह से उन्होंने जो कुछ जुर्म किया भी, कानून का उल्लंघन हुआ है, उनको माफ करना चाहिए. क्योंकि जब भी द रिलीजियस साइके उसको जब भी जख्म होता है तो फिर उस इंसान को आप सजा नहीं दे सकते. उनमें फौजियों के मसले भी हैं. तो मेरा ख्याल है कि हमको चंद इंसानों को छोड़कर सबके लिए जनरल एमनेस्टी जरूर करना पड़ेगा और करना चाहिए. इन्होंने फर्ज बनता सी, जिम्मेवारी बनती सी कि वो समझौते नूं इन बिन लागू करते. चंडीगढ़ समय सिर दे दिता जांदा, पानियां दा सही फैसला हुंदा, इलाकिਆਂ ਦੀ ਵੰਡ ਸਹੀ ਹੁੰਦੀ, ਹੋਰ ਜੋ ਗੱਲਾਂ ਆਖੀਆਂ ਸਨ ਉਹਦੇ ਵਿੱਚ ਉਹ ਪੂਰੀਆਂ ਹੁੰਦੀਆਂ. ਹੁਣ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਹਨ, ਸੁਝਾਅ ਹਨ ਅਤੇ ਆਪੋ ਆਪਣੀ ਸੋਚ ਦੇ ਅਨੁਸਾਰ ਪੰਜਾਬ ਮਸਲੇ ਨੂੰ ਹੱਲ ਕਰਨ ਦੇ ਤਰਕ ਦੇ ਰਹੇ ਹਨ. ਇਹਦਾ ਹੱਲ ਤਾਂ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਪੰਜਾਬ ਮਸਲੇ ਨੂੰ ਸਿੱਖ ਮਸਲਾ ਬਣਾ ਕੇ ਜਦੋਂ ਕੋਈ ਸਰਕਾਰ ਜਾਂ ਦੇਸ਼ ਵਾਲੇ ਸੋਚਣਗੇ ਔਰ ਉਹ ਸਿੱਖਾਂ ਨੂੰ ਸੰਤੁਸ਼ਟ ਕਰਨ ਵਾਲੇ ਪਾਸੇ ਤੁਰਨਗੇ. ਸਿੱਖਾਂ ਵਿੱਚ ਇੱਕ ਵਹਿਮ ਜਿਹੜਾ 40 ਸਾਲ ਦਾ ਵਹਿਮ ਹੀ ਨਹੀਂ ਬਲਕਿ ਹਕੀਕਤ ਜਿਹੜੀ ਪੈਦਾ ਹੋ ਗਈ ਉਹਨਾਂ ਦੇ ਹਿਰਦਿਆਂ 'ਚ ਵੀ ਸਾਡਾ, ਅਸੀਂ ਇੱਥੇ ਨੰਬਰ 2 ਦਾ ਸਾਡੇ ਨਾਲ ਵਰਤਾਅ ਹੋ ਰਿਹਾ, ਨੰਬਰ 2 ਦੇ ਸ਼ਹਿਰੀ ਦਾ, ਉਹਨੂੰ ਦੂਰ ਕਰਨ ਲਈ ਜਦੋਂ ਸਰਕਾਰ ਮਨ ਬਣਾ ਲਏਗੀ ਉਦੋਂ ਮਸਲਾ ਹੱਲ ਹੋ ਜਾਊ. ਲੋਕੀ ਕਹਿੰਦੇ ਪੰਜਾਬ ਦਾ ਮਸਲਾ ਹੈ ਹੀ ਕੋਈ ਨਹੀਂ. ਪੰਜਾਬ ਦਾ ਕੋਈ ਮਸਲਾ ਨਹੀਂ, ਮਸਲਾ ਅਕਾਲੀਆਂ ਦਾ ਹੈ. ਜੱਸ਼ ਵਰਗੇ ਸਾਰੇ ਬੰਦੇ ਖਿਲਾਰ ਕੇ ਗੋਲੀ ਮਾਰ ਦੇਣੀ ਚਾਹੀਦੀ ਆ, ਕਿਉਂਕਿ ਇਹ ਬਕਵਾਸ ਕਰਨ ਤੋਂ ਹਟੇ ਹੀ ਨਹੀਂ ਗਏ ਔਰ ਇਹਨਾਂ ਲੋਕਾਂ ਦੀ ਪੈਦਾ ਕੀਤੀ ਹੋਈ ਸਾਰੀ ਸਮੱਸਿਆ. Crux of the problem is economic. It's the educated unemployed. They are the people who are really manning the terrorist groups. If there were massive employment of them in the army, police, anywhere, or industrialization of the Punjab, I think the Punjab problem would be solved. Do you think that economic packages can satisfy your political aspirations? There is unemployment. Do you think that Mano Chahal, Basant Singh,
Dr. Son Singh, or so many other militant leaders, it's difficult to name them, are they seeking employment from Government of India? Those people who are seeking employment from India, they are not fighting. Those who are fighting for political aspirations, they are not seeking any say, employment. Even if the entire wealth of India is placed at their feet, they will not agree to it. ਅਸੀਂ ਮਤਲਬ ਇਹ ਮੌਜੂਦਾ ਨਿਜ਼ਾਮ ਦੇ ਵਿੱਚੋਂ ਕੁਝ ਸਾਨੂੰ ਨਿਆਂ ਨਹੀਂ ਮਿਲ ਰਿਹਾ, ਹੱਕ ਸੱਚ ਜਿਹੜਾ ਉਹ ਇੱਥੋਂ ਖੰਭ ਲਾ ਕੇ ਉੱਡ ਚੁੱਕਾ। ਅਸੀਂ ਚਾਹੁੰਦੇ ਹਾਂ ਵੀ ਅਸੀਂ ਇਸ ਪੰਜਾਬ ਦੀ ਧਰਤੀ ਤੇ ਗੁਰੂਆਂ ਦੀ ਧਰਤੀ ਤੇ ਉਹਨਾਂ ਦੇ ਦਸ਼ਾ ਆਸ਼ਿਆਂ ਦੇ ਅਨੁਸਾਰ ਇੱਥੇ ਰਾਜ ਭਾਗ ਕਾਇਮ ਕਰੀਏ। ਔਰ ਜਿੰਨਾ ਚਿਰ ਤਾਈਂ ਅਸੀਂ ਇਹ ਸਾਰੇ ਹਿੰਦੁਸਤਾਨ ਦੇ ਵਿੱਚੋਂ ਇਹ ਜਿਹੜਾ ਜੇ ਅਸੀਂ ਸਿੱਖ ਕਲਚਰ ਨੂੰ ਬਚਾਉਣਾ, ਸਿੱਖ ਨੇਸ਼ਨ ਨੂੰ ਬਚਾਉਣਾ, ਅਸੀਂ ਨੇਸ਼ਨਹੁੱਡ ਦੀ ਵੱਡੀ ਗੱਲ ਆ, ਇਹ ਉਹ ਤਾਂ ਹੀ ਸੁਰੱਖਿਅਤ ਹੋ ਸਕਦੀ ਆ। ਉਹ ਕੌਮਾਂ ਜਾਣੀਆਂ ਜਾਂਦੀਆਂ ਨੇ ਜਿਨ੍ਹਾਂ ਕੌਮਾਂ ਦੇ ਆਪਣੇ ਮੁਲਕ ਹੁੰਦੇ ਨੇ। ਉਹ ਪੁਰਾਣਾ ਇੱਕ ਅੰਗਰੇਜ਼ੀ ਦਾ ਮੁਹਾਵਰਾ, ਓਨਲੀ ਦੋਜ਼ ਨੇਸ਼ਨਸ ਆਰ ਨੋਨ ਵਿਚ ਹੈਵ ਦੀ ਸਟੇਟਸ ਔਰ ਵਿਚ ਕ੍ਰੀਏਟ ਦੀ ਸਟੇਟਸ। ਇਹਨਾਂ ਹਾਲਾਤ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਬਣਨਾ ਉਹ ਇੱਕ ਖਾਲਸਾ ਨੇਸ਼ਨ ਨੂੰ, ਨੇਸ਼ਨਹੁੱਡ ਨੂੰ ਕਾਇਮ ਰੱਖਣ ਵਾਸਤੇ ਬਹੁਤ ਜ਼ਰੂਰੀ ਸੀ। ਮੇਰਾ ਆਪਣਾ ਖਿਆਲ ਹੈ ਕਿ ਸਿੱਖਾਂ ਵਾਸਤੇ ਖਾਲਿਸਤਾਨ ਜੋ ਹੈ ਉਹ ਹੀ ਸਿੱਖਾਂ ਦੇ ਹੱਕ ਵਿੱਚ ਸਭ ਤੋਂ ਚੰਗਾ ਰਹੂਗਾ। Practically no Sikh demands Khalistan. This is a very small lunatic fringe which demands Khalistan. नहीं, खालिस्तान का कोई सोल्यूशन नहीं। खालिस्तान हुन इस तरह का हर एक स्टेट कहेगी भी असी अलग होना चाहते हैं। खालिस्तान का कोई सोल्यूशन नहीं, मैं तो नहीं समझती। मेरे विचार के मुताबिक जी पंजाब की प्रॉब्लम जी इस टाइम एक नैशनल इशू बन चुकी है, एक बहुत ही क्रूशियल पॉइंट पर पहुँच चुकी है। देखो हिंसा का दौर इन्ना चल चुका कि जेकर असीं इस तो छुटकारा भी लेना चाहिए तो बड़ी जल्दी नहीं ले सकते। हाल बात क्या कह सकते हैं जी, रोज ही मार मराई हो रही है, मारो कुटो। If the problem is to be resolved, then it has to be dealt with simultaneously at a number of levels. Problems which are genuine, whether it is territorial, whether it is river water disputes, these must be solved on a just basis. ਅਸੀਂ ਤਾਂ ਅੱਜ ਇਹਨਾਂ ਲਈ ਪਰਾਏ ਹੋ ਗਏ ਔਰ ਇਹ ਸਿੱਖਾਂ ਦਾ ਜੋ ਮਸਲਾ ਹੈ ਅੱਜ ਉਹ ਖਾਲੀ ਪਾਣੀ ਔਰ ਚੰਡੀਗੜ੍ਹ ਦਾ ਨਹੀਂ ਹੈ। ਆ ਸਿੱਖਾਂ ਦਾ ਮਸਲਾ ਅਣਖ ਔਰ ਇੱਜ਼ਤ ਤੇ ਗੌਰਵ ਦਾ ਹੈ। ਜਦ ਤੱਕ ਇਹ ਸਾਨੂੰ ਪ੍ਰਾਪਤ ਨਹੀਂ ਹੁੰਦਾ ਇਹ ਲੜਾਈ ਬੰਦ ਹੋਣ ਵਾਲੀ ਨਹੀਂ। ਅੱਜ ਲੜਾਈ ਕੌਮ ਦੀ ਬਣ ਗਈ। ਲੜਾਈ ਆਰੰਭ ਅਕਾਲੀ ਦਲ ਨੇ ਕੀਤੀ ਸੀ, ਹੁਣ ਸਮੁੱਚੇ ਸਿੱਖ ਕੌਮ ਦੀ ਲੜਾਈ ਬਣ ਗਈ। ਅੱਗੇ ਲੜਾਈ ਮੰਗਾਂ ਦੀ ਸੀ, ਹੁਣ ਲੜਾਈ ਅਣਖ ਦੀ ਬਣ ਗਈ। ਅੱਗੇ ਲੜਾਈ ਕੁਝ ਹੱਕ ਲੈਣ ਦੀ ਸੀ, ਹੁਣ ਇਸ ਗੱਲ ਦੀ ਲੜਾਈ ਬਣ ਗਈ ਅਸੀਂ ਆਪਣੀ ਅਣਖ, ਆਪਣੀ ਇੱਜ਼ਤ, ਆਪਣਾ ਬਾਣਾ, ਆਪਣੀ ਬਾਣੀ, ਆਪਣਾ ਧਰਮ ਕਿਵੇਂ ਬਚਾ ਸਕਾਂਗੇ। मैं इस मामले में मैं निश्चित रूप से जानता हूं कि पंजाब की मामला ना तो पानी का मामला है और ना ही पंजाब का मामला कोई ज़मीन का मामला रह गया है। पंजाब का मामला जो है वो सम्मान का मामला है। चूँकि जो देश का 1 नंबर का नागरिक माना जाता था, जिसको सरदार कहा जाता था, जो पगड़ी सर को ऊंचा करके चलता था, उसको इस नौबत पर पहुंचा दिया गया कि वो उसको सर झुका करके चलने की बारी आने लगी। ਸਮਾਂ ਬੀਤ ਰਿਹਾ ਹੈ। ਪੰਜਾਬ ਮਸਲੇ ਦੀ ਤਾਣੀ ਦਿਨ ਬਦਿਨ ਹੋਰ ਉਲਝਦੀ ਤੇ ਗੰਭੀਰ ਹੁੰਦੀ ਚਲੀ ਜਾ ਰਹੀ ਹੈ। ਪੰਜਾਬ ਦੇ ਖਾੜਕੂ ਨੌਜਵਾਨ ਆਪਣਾ ਸਭ ਕੁਝ ਦਾਅ ਤੇ ਲਾਈ ਬੈਠੇ ਹਨ। ਜੋ ਕਰਨਾ ਹੈ ਜਲਦੀ ਕਰਨ ਦੀ ਲੋੜ ਹੈ। ਦੇਸ਼ ਦੇ ਰਾਜਸੀ ਨੇਤਾ ਤੇ ਸਿਆਸੀ ਪਾਰਟੀਆਂ ਕੁੰਭਕਰਨ ਦੀ ਨੀਂਦ ਸੁੱਤੀਆਂ ਪਈਆਂ ਹਨ। ਕਿਤੇ ਅਜਿਹਾ ਨਾ ਹੋਵੇ ਕਿ ਜਦੋਂ ਤੱਕ ਇਹਨਾਂ ਦੀ ਜਾਗ ਖੁੱਲੇ ਪਾਣੀ ਸਿਰਾਂ ਤੋਂ ਲੰਘ ਚੁੱਕਾ ਹੋਵੇ। खेत जमा सूर